ਸ਼੍ਰੀ ਅਨੰਦਪੁਰ ਜਿਨ ਬਸਿਓ। ਸ਼ਰੋਤਾ ਸੁਨੋ ਪ੍ਰਸੰਗ। ਵਾਰ ਕੈ ਦਸਵੇਂ ਗੁਰੂ। ਬਾਗ ਪਇਓ ਜਸ ਢੰਗ। ਦੋਹਰਾ ਸ਼੍ਰੀ ਅਨੰਦਪੁਰ ਜਿਨ ਬਸਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਸਾਧ ਸੰਗਤ ਜੀ। ਜੁਗੋ ਜੁਗ ਅਟਲ ਗੁਰਤਾ ਗਦੀ ਤੇ ਸ਼ੁਭਾਏ ਮਾਨ। ਪਤਿਤ ਪਾਵਨ ਭਗਤ ਵੈਸ਼ਲ ਕਿਰਪਾ ਦੇ ਖਜ਼ਾਨੇ, ਲੋਕ ਪਰਲੋਕ ਦੇ ਰੱਖਿਅਕ। ਜੁਗੋ ਜੁਗ ਅਟਲ ਸਤਿਗੁਰੂ ਗਰੀਬ ਨਵਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਸਜੇ ਹੋਏ ਦੀਵਾਨਾਂ ਦੌਰਾਨ ਆਪ ਜੀ ਨੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਨ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਦੇ ਅਸਥਾਨਾਂ ਉੱਤੇ ਚੱਲ ਰਹੀ ਇਤਿਹਾਸ ਦੀ ਲੜੀਵਾਰ ਕਥਾ ਦੇ ਵਿੱਚ ਹਾਜ਼ਰੀ ਲਵਾਉਣੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰ ਰਹੇ ਹਨ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ, ਜੋ ਪਿਛਲੇ ਬਹੁਤ ਲੰਮੇ ਸਮੇਂ ਤੋਂ ਇਸ ਅਸਥਾਨ ਉੱਤੇ ਪ੍ਰਾਰੰਭ ਸੀ, ਇਸ ਕਥਾ ਦਾ ਅੱਜ ਆਖਰੀ ਪ੍ਰਸੰਗ ਆਪਾਂ ਰਲ ਮਿਲ ਕੇ ਸਰਵਣ ਕਰਨਾ ਹੈ। ਇਸ ਤੋਂ ਬਾਅਦ ਇੱਕ ਪ੍ਰਸੰਗ ਹੋਰ ਆਵੇਗਾ, ਉਹ ਇਤਿਹਾਸ ਦਾ ਨਹੀਂ ਹੈ। ਉਹ ਕਵੀ ਜੀ ਨੇ ਸਤਿਗੁਰੂ ਜੀ ਦੇ ਸ਼ੁਕਰਾਨੇ ਵਜੋਂ ਵੱਖ-ਵੱਖ ਗੁਰੂ ਸਾਹਿਬਾਨ ਦੇ ਆਪਣੀ ਸ਼ਰਧਾ ਭਾਵਨਾ ਆਸਥਾ ਦੇ ਮੁਤਾਬਕ ਮੰਗਲ ਕੀਤੇ ਹੈ, ਸਤਿਗੁਰੂ ਦਾ ਧੰਨਵਾਦ ਕੀਤਾ ਹੈ। ਉਹ ਪ੍ਰਸੰਗ ਅੱਗੇ ਆਵੇਗਾ। ਅੱਜ ਜਿਹੜਾ ਪ੍ਰਸੰਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਆ ਰਿਹਾ ਹੈ, ਇਹ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਵਿੱਚ ਜਿਸ ਵੇਲੇ ਵਸਦੇ ਸਨ, ਬਾਲਕ ਅਵਸਥਾ ਵਿੱਚ ਸਨ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਕ ਸਹਿਜ ਸੁਭਾਏ ਕੀਤੇ ਸਨ ਕਿ ਆ ਜਿਹੜਾ ਗੁਲਾਬ ਰਾਏ ਹੈ, ਸਤਿਗੁਰੂ ਜੀ ਦੇ ਭਤੀਜਿਆਂ ਦੀ ਥਾਂ ਲੱਗਦਾ ਸੀ। ਇਹ ਵੀ ਕਿਸੇ ਸਮੇਂ ਅਨੰਦਪੁਰ ਦੇ ਵਿੱਚ ਸਾਡੀ ਪੱਗ ਦਾ ਅਧਿਕਾਰੀ ਆਪਣੇ ਆਪ ਨੂੰ ਕਹਾਵੇਗਾ, ਗੁਰੂ ਬਣ ਕੇ ਬੈਠੇਗਾ। ਸੋ ਸਹਿਜ ਸੁਭਾਏ ਸਤਿਗੁਰੂ ਜੀ ਦੇ ਜਿਵੇਂ ਬਚਨ ਹੋਏ ਸੀ, ਜਿਵੇਂ ਗੁਲਾਬ ਰਾਏ ਨੇ ਇਹ ਸਾਧ ਸੰਗਤ ਜੀ ਸਤਿਗੁਰੂ ਦੇ ਪਵਿੱਤਰ ਤਖਤ ਦੇ ਉੱਤੇ ਬੈਠਾ ਔਰ ਇਸ ਦਾ ਵਿਰੋਧ ਗੁਰਬਖਸ਼ ਦਾਸ ਉਦਾਸੀ ਸਾਧੂ ਨੇ ਕੀਤਾ। ਭਾਵਨਾ ਵਾਲਾ ਸੀ, ਜਿਸ ਦੀ ਡਿਊਟੀ ਅਨੰਦਪੁਰ ਸਾਹਿਬ ਛੱਡਣ ਵੇਲੇ 10ਵੇਂ ਪਾਤਸ਼ਾਹ ਸੇਵਾ ਦੀ ਲਾ ਕੇ ਗਏ ਸਨ। ਜਿਵੇਂ ਪ੍ਰਸੰਗ ਆ ਰਿਹਾ ਹੈ, ਆਓ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਅਨੰਦਪੁਰ ਜਿਨ ਬਸਿਓ। ਸ੍ਰੀ ਅਨੰਦਪੁਰ ਸਾਹਿਬ ਨਗਰ ਜਿਹੜਾ ਜਦੋਂ 10ਵੇਂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਛੱਡ ਗਏ ਸਨ, ਸਰਸਾ ਨਦੀ 'ਤੇ ਪਰਿਵਾਰ ਵਿਛੋੜਾ ਹੋਇਆ ਸੀ। ਉਸ ਤੋਂ ਬਾਅਦ ਸਾਧ ਸੰਗਤ ਜੀ ਇਹ ਸਾਰਾ ਨਗਰ ਉਜੜ ਗਿਆ ਸੀ, ਕਿਉਂਕਿ ਜਿੱਥੇ ਜੰਗ ਯੁੱਧ ਹੁੰਦਾ ਉੱਥੇ ਹਾਰੀ ਸਾਰੀ ਦਾ ਵਸ ਦੇ ਗੱਲ ਤਾਂ ਨਹੀਂ ਵੀ ਉੱਥੇ ਰਹੀ ਜਾਣਾ। ਲੋਕ ਡਰਦੇ ਭਾਈ ਆਪੋ ਆਪਣੇ ਜਾਨ ਮਾਲ ਦੀ ਰੱਖਿਆ ਵਾਸਤੇ ਇਹ ਅਨੰਦਪੁਰ ਸਾਹਿਬ ਨਗਰ ਨੂੰ ਛੱਡ ਗਏ ਸਨ। ਇਸ ਨਗਰ ਦੇ ਵਿੱਚ ਦੁਬਾਰਾ ਸੰਗਤਾਂ ਦਾ ਨਿਵਾਸ ਕਿਵੇਂ ਹੋਇਆ, ਦੁਬਾਰਾ ਕਿਵੇਂ ਰੌਣਕਾਂ ਪਰਤੀਆਂ, ਉਹ ਇਤਿਹਾਸ ਸੁਣੀਏ। ਇਹ ਸਰੋਤਾ ਜਨੋ, ਕਥਾ ਸੁਣਨ ਵਾਲਿਓ, ਇਹ ਪ੍ਰਸੰਗ ਨੂੰ ਪਿਆਰ ਦੇ ਨਾਲ ਸਰਵਣ ਕਰੋ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਵੇਲੇ ਬਚਪਨ ਅਵਸਥਾ ਵਿੱਚ ਸਨ ਔਰ ਸਤਿਗੁਰੂ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਸਹਿਜ ਸੁਭਾਏ ਜਿਹੜੇ ਵਾਕ ਕਹੇ ਸਨ, ਬਚਨ ਕੀਤੇ ਸਨ।
ਇਹ ਸਾਧ ਸੰਗਤ ਆਨੰਦਪੁਰ ਸਾਹਿਬ ਦੇ ਵਿੱਚ ਬਾਲਕ ਅਵਸਥਾ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਹਾਣੀਆਂ ਸਾਥੀਆਂ ਦੇ ਨਾਲ ਸਤਲੁਜ ਨਦੀ ਦੇ ਉੱਤੇ ਇਸ਼ਨਾਨ ਕਰਨ ਗਏ ਹੈ। ਇਸ਼ਨਾਨ ਕਰਦਿਆਂ ਕਰਦਿਆਂ ਜਿਵੇਂ ਆਮ ਹੀ ਬਾਲਕ ਖੇਡਣ ਲੱਗ ਪੈਂਦੇ ਆ, ਇੱਕ ਦੂਜੇ ਦੇ ਉੱਤੇ ਬੁੱਕਾਂ ਭਰ ਭਰ ਕੇ ਪਾਣੀ ਸੁੱਟਣ ਲੱਗ ਪੈਂਦੇ ਆ। ਇਉਂ ਸਾਧ ਸੰਗਤ ਜੀ ਇਸ਼ਨਾਨ ਕਰਦਿਆਂ ਕਰਦਿਆਂ ਸਤਿਗੁਰੂ ਜੀ ਨੇ ਲੀਲਾ ਕੀ ਵਰਤਾਈ, ਐਸੀ ਖੇਡ ਖੇਡੀ ਕਿ ਜਿਸ ਦੂਜੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਲਾਬ ਰਾਏ ਤੇ ਉਹਦੇ ਸਾਥੀ ਸਨ, ਇੱਕ ਪਾਸੇ ਸਤਿਗੁਰੂ ਜੀ ਤੇ ਇਹਨਾਂ ਦੇ ਕੁਝ ਸਾਥੀ ਬਚਪਨ ਦੇ ਉਹ ਹੋ ਗਏ। ਤੇ ਦਰਿਆ ਦੇ ਵਿੱਚ ਸਤਲੁਜ ਦੇ ਵਿੱਚ ਨਾਲੇ ਤਾਂ ਇਸ਼ਨਾਨ ਕਰ ਰਹੇ ਹੈ, ਨਾਲੇ ਇੱਕ ਦੂਜੇ ਦੇ ਉੱਤੇ ਪਾਣੀ ਝੱਟਣ ਲੱਗ ਪਏ, ਪਾਣੀ ਸੁੱਟਣ ਲੱਗੇ। ਕਿਉਂ ਆਪਸ ਦੇ ਵਿੱਚ ਜਦੋਂ ਭਿੜੇ ਨਾ ਪੂਰੇ ਜ਼ੋਰ ਸ਼ੋਰ ਦੇ ਨਾਲ, ਇੱਧਰੋਂ ਵੀ ਗੁਰੂ ਸਾਹਿਬ ਵੀ ਬੜੇ ਜ਼ੋਰ ਨਾਲ ਪਾਣੀ ਮਾਰਦੇ, ਇਹਨਾਂ ਦੇ ਸਾਥੀ ਵੀ, ਤੇ ਦੂਜੇ ਪਾਸੇ ਜਿਹੜਾ ਗੁਲਾਬ ਰਾਏ ਹੈ ਤੇ ਉਹਦੇ ਸਾਥੀ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਪਾਣੀ ਮਾਰਦੇ ਹੈ ਬੁੱਕ ਭਰ ਭਰ ਕੇ। ਇਉਂ ਜਦੋਂ ਸਾਧ ਸੰਗਤ ਬਹੁਤਾ ਇਹਨਾਂ ਦਾ ਪਾਣੀ ਦੇ ਵਿੱਚ ਖੇਡ ਖੇਡ ਦੇ ਵਿੱਚ ਭੇੜ ਹੋਇਆ, ਤਾਂ ਜਿਹੜਾ ਗੁਲਾਬ ਰਾਏ ਸੀ ਨਾ, ਜਦੋਂ ਸਤਿਗੁਰੂ ਨੇ ਭਰ ਭਰ ਕੇ ਬੁੱਕ ਬੜੇ ਤੇਜ਼ ਤੇਜ਼ ਇਹਦੇ ਮੂੰਹ ਦੇ ਉੱਤੇ ਪਾਣੀ ਦੇ ਮਾਰੇ ਤੇ ਇਹ ਬੌਂਦਲ ਗਿਆ। ਬੌਂਦਲ ਜੇ ਕਿ ਇਹਨਾਂ ਸਾਧ ਸੰਗਤ ਇਹ ਪਾਣੀ ਦੇ ਵਿੱਚੋਂ ਬਾਹਰ ਤੁਰਤ ਹੀ ਭੱਜ ਨਿਕਲਿਆ। ਤੇ ਹੁਣ ਜਿੱਥੇ ਸਾਰੇ ਬਾਲਕਾਂ ਨੇ ਆਪਣੇ ਵਸਤਰ ਖੋਲ੍ਹ ਕੇ ਉਤਾਰ ਕੇ ਰੱਖੇ ਹੋਏ ਸੀ, ਸਾਰਿਆਂ ਦੇ ਇਕੱਠੇ ਵਸਤਰ ਪਏ ਸੀ, ਵਿੱਚ ਸਤਿਗੁਰੂ ਪਾਤਸ਼ਾਹ ਦੇ ਸਾਰੇ ਬਾਲਕ ਅਵਸਥਾ ਵਿੱਚ ਸੀ। ਸੋ ਇਕੱਠੇ ਵਸਤਰਾਂ ਪਿਆਂ ਦੇ ਵਿੱਚ ਇਹਨੂੰ ਪਤਾ ਨਾ ਲੱਗਾ ਵੀ ਜਿਹੜੀ ਦਸਤਾਰ ਹੈ ਮੈਂ ਆਪਣੀ ਬੰਨ੍ਹ ਰਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੰਨ੍ਹ ਰਿਹਾ। ਇਹਨੇ ਸਤਿਗੁਰੂ ਜੀ ਦੀ ਜਿਹੜੀ ਦਸਤਾਰ ਸੀ ਕਾਲੀ ਕਾਲੀ ਦੇ ਨਾਲ ਨਾਲੇ ਤਾਂ ਪਰੇ ਨੂੰ ਤੁਰ ਪਿਆ ਵੀ ਸਤਿਗੁਰੂ ਹੋਰ ਪਾਣੀ ਨਾ ਪਾ ਦੇਣ ਉੱਤੇ, ਤੇ ਨਾਲੇ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਦਸਤਾਰ ਆਪਣੇ ਸਿਰ ਤੇ ਬੰਨ੍ਹਣੀ ਸ਼ੁਰੂ ਕੀਤੀ। ਇਹਨੂੰ ਪਤਾ ਨਾ ਲੱਗਿਆ ਬੰਨੀ ਭੁਲੇਖੇ ਵਾਸੀ ਸੀ, ਜਾਣ ਬੁੱਝ ਕੇ ਨਹੀਂ, ਕਿਉਂਕਿ ਭੇੜ ਬਹੁਤ ਹੋਇਆ ਸੀ ਪਾਣੀ ਦੇ ਵਿੱਚ, ਸੁਰਤ ਬੌਂਦਲੀ ਪਈ ਸੀ ਇਹਦੀ, ਭੂਤਨੀ ਭੁਲਾਈ ਪਈ ਸੀ। ਸਤਿਗੁਰੂ ਨੇ ਖੇਡਦਿਆਂ ਖੇਡਦਿਆਂ ਜਦੋਂ ਇਹਦੇ ਮੂੰਹ ਦੇ ਉੱਤੇ ਬਹੁਤ ਪਾਣੀ ਮਾਰਿਆ, ਹਫਿਆ ਹੋਇਆ ਸਾਹ ਇਹਦਾ ਚੜਿਆ ਹੋਇਆ, ਤੇ ਇਹਨੂੰ ਸਾਧ ਸੰਗਤ ਕੁਝ ਪਤਾ ਨਾ ਲੱਗਿਆ। ਬਾਕੀ ਦੇ ਜਿਹੜੇ ਬਾਲਕ ਸੀ, ਜਦੋਂ ਉਹਨਾਂ ਦੀ ਨਿਗਾਹ ਪਈ ਵੀ ਸਤਿਗੁਰੂ ਜੀ ਦੀ, ਗੁਰੂ ਕੇ ਸਾਹਿਬਜ਼ਾਦੇ ਦੀ ਦਸਤਾਰ ਬੰਨ੍ਹ ਰਿਹਾ ਹੈ, ਉਹਨਾਂ ਨੇ ਇਹਨੂੰ ਵਰਜਿਆ, ਰੋਕਿਆ, ਕਹਿੰਦੇ ਤੂੰ ਆ ਦੇਖ ਤਾਂ ਲੈ ਦਸਤਾਰ ਕਿਹਦੀ ਬੰਨ੍ਹ ਰਿਹਾ ਹੈ। ਇੱਧਰ ਸਤਿਗੁਰੂ ਜੀ ਪਾਣੀ ਦੇ ਵਿੱਚ ਖੜੇ ਆ, ਸਤਲੁਜ ਦਰਿਆ ਦੇ ਵਿੱਚ, ਇੱਥੋਂ ਖੜਿਆ ਸਤਿਗੁਰੂ ਜੀ ਨੇ ਵੀ ਤੱਕਿਆ। ਜਦੋਂ ਇਹਨੂੰ ਪਤਾ ਲੱਗਿਆ ਵੀ ਆ ਮੇਰੀ ਦਸਤਾਰ ਨਹੀਂ, ਮੈਂ ਤਾਂ ਸਤਿਗੁਰੂ ਪਾਤਸ਼ਾਹ ਦੀ ਸਾਹਿਬਜ਼ਾਦੇ ਦੀ ਦਸਤਾਰ ਬੰਨ੍ਹ ਲਈ ਹੈ, ਤਾਂ ਉਸ ਵੇਲੇ ਸਾਧ ਸੰਗਤ ਜੀ ਇਹਨੇ ਉਤਾਰਨੀ ਚਾਹੀ। ਜਦੋਂ ਲਾਉਣ ਲੱਗਿਆ ਨਾ ਦਸਤਾਰ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ, ਕਹਿੰਦੇ ਰਹਿਣ ਦਿਓ, ਬੰਨੀ ਰਹਿਣ ਦਿਓ, ਹੁਣ ਲਾ ਨਾ, ਕਹਿੰਦੇ ਐਸਾ ਵੀ ਕੀ ਸਮਾਂ ਆਵੇਗਾ। ਕਹਿੰਦੇ ਆ ਜਿਹੜੀ ਸਾਡੀ ਗੁਰਤਾ ਗੱਦੀ ਵਾਲੀ ਪੱਗ ਹੋਵੇਗੀ ਨਾ, ਇਹਦਾ ਤੂੰ ਕਿਸੇ ਸਮੇਂ ਅਧਿਕਾਰੀ ਬਣ ਕੇ ਬੈਠੇਗਾ, ਆਪਣੇ ਆਪ ਨੂੰ ਗੁਰੂ ਕਹਾਵੇਂਗਾ। ਸਤਿਗੁਰੂ ਜੀ ਦਾ ਸਹਿਜ ਸੁਭਾਏ ਹੀ ਕੀਤਾ ਹੋਇਆ ਇੱਕ ਸਾਧ ਬਚਨ ਅਟਲਾਦਾ ਜਿਹੜਾ ਬਚਨ ਹੈ, ਉਹ ਸਾਧ ਸੰਗਤ ਜੀ ਹੁਣ ਸੱਚਾ ਹੋ ਰਿਹਾ, ਇਹ ਜਾਣੋ। ਜਦੋਂ ਸਾਧ ਸੰਗਤ ਜੀ ਪਹਾੜੀ ਰਾਜਿਆਂ ਦੀਆਂ, ਮੁਗਲਾਂ ਦੀਆਂ ਕਸਮਾਂ ਦੇ ਉੱਤੇ, ਸੌਹਾਂ ਦੇ ਉੱਤੇ ਇਤਬਾਰ ਕਰਕੇ, ਸਿੰਘਾਂ ਦੇ ਕਹਿਣ ਦੇ ਉੱਤੇ, ਮਾਤਾ ਗੁਜਰ ਕੌਰ ਦੇ ਕਹਿਣ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਤਿਆਗ ਕੇ ਚੱਲੇ ਹਨ। ਤੇ ਸਾਧ ਸੰਗਤ ਜੀ ਉਸ ਤੋਂ ਪਹਿਲਾਂ ਇਹ ਸ਼ਿਆਮ ਸਿੰਘ ਤੇ ਗੁਲਾਬ ਰਾਏ ਇਹ ਸਤਿਗੁਰੂ ਜੀ ਦੇ ਪਰਿਵਾਰ ਵਿੱਚੋਂ ਹੈ। ਛੇਵੇਂ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਸਨ, ਉਹਨਾਂ ਤੋਂ ਛੋਟੇ ਸਨ ਸੂਰਜਮਲ। ਸੂਰਜਮਲ ਦੇ ਪੋਤਰੇ ਹੈ, ਸੋਢੀਆਂ ਦੇ ਵਿੱਚੋਂ ਹੀ ਹੈ, ਸਤਿਗੁਰੂ ਦੇ ਪਰਿਵਾਰ ਵਿੱਚੋਂ ਹੀ ਹੈ। ਸੋ ਇਹ ਜਿਹੜੇ ਦੋਵੇਂ ਸਿੰਘ ਇਹ ਵੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਨ। ਜਦੋਂ ਭਿਆਨਕ ਜੰਗ ਮਚਿਆ ਹੋਇਆ ਸੀ, ਘਮਸਾਨ ਦਾ ਜੰਗ ਹੋ ਰਿਹਾ ਸੀ,
ਜਾ। ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਵੱਲ ਦੇਖਿਆ, ਇਹਨਾਂ ਵੱਲ ਨਜ਼ਰ ਮਾਰੀ ਵੀ ਆ ਛੇਵੇਂ ਪਾਤਸ਼ਾਹ ਜੀ ਦੇ ਕੁਲ ਦੇ ਵਿੱਚੋਂ ਆ ਮੇਰੇ ਤਾਏ ਦੇ ਪੋਤਰੇ ਸ਼ਾਮ ਸਿੰਘ ਤੇ ਗੁਲਾਬ ਰਾਏ ਹਨ। ਲਿਖਿਓ ਹੁਕਮਨਾਮਾ ਤਿਸ ਬੇਰਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਵਿੱਚ ਪਤਾ ਨਹੀਂ ਕੀ ਸੋਚ ਆਈ ਕਿ ਇਹਨਾਂ ਨੂੰ ਬਚਾ ਦਈਏ, ਕਿਉਂਕਿ ਸਤਿਗੁਰੂ ਨੂੰ ਪਤਾ ਬਾਕੀ ਸਿੰਘਾਂ ਨੇ ਸ਼ਹੀਦ ਹੋ ਜਾਣਾ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਨਾ ਸਾਧ ਸੰਗਤ ਇਹਨਾਂ ਨੂੰ ਇੱਕ ਪੱਤਰਕਾ, ਇੱਕ ਹੁਕਮਨਾਮਾ, ਇੱਕ ਚਿੱਠੀ ਲਿਖ ਕੇ ਦਿੱਤੀ ਨਾਨੇਸ਼ ਰਾਜੇ ਕੇ ਸਾਥ। ਤੇ ਆਖਿਆ ਜਿਹੜਾ ਨਾਹਣ ਦਾ ਰਾਜਾ ਮੇਦਨੀ ਪ੍ਰਕਾਸ਼ ਹੈ ਉਹ ਸਾਡਾ ਸ਼ਰਧਾਲੂ ਹੈ, ਸਾਡਾ ਪ੍ਰੇਮੀ ਹੈ, ਤੁਸੀਂ ਉਹਦੇ ਕੋਲ ਜਾਓ। ਲਿਖ ਦਵੈ ਭਰਾਤ ਪਠੇ ਤੈਨਾਤ। ਆਪਣੇ ਵੱਲੋਂ ਰੁੱਕਾ ਚਿੱਠੀ ਹੁਕਮਨਾਮਾ ਲਿਖ ਕੇ ਸਤਿਗੁਰੂ ਨੇ ਇਹਨਾਂ ਦੋਵਾਂ ਭਰਾਵਾਂ ਨੂੰ, ਸ਼ਾਮ ਸਿੰਘ ਨੂੰ ਤੇ ਗੁਲਾਬ ਸਿੰਘ ਨੂੰ, ਇਹਨਾਂ ਨੇ ਬਾਅਦ ਵਿੱਚ ਅੰਮ੍ਰਿਤ ਛਕ ਲਿਆ ਸੀ ਜਦੋਂ ਸਾਧ ਸੰਗਤ ਸਤਿਗੁਰੂ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ। ਪਹਿਲਾ ਨਾਂ ਗੁਲਾਬ ਰਾਏ ਸੀ, ਇੱਥੇ ਕਵੀ ਜੀ ਨੇ ਉਹ ਪਹਿਲਾ ਨਾਂ ਹੀ ਲਿਖਿਆ। ਸੋ ਗੁਲਾਬ ਸਿੰਘ ਅਤੇ ਸ਼ਾਮ ਸਿੰਘ ਇਹਨਾਂ ਦੋਵਾਂ ਨੂੰ ਭੇਜਿਆ ਤੁਰਕਨ ਸੰਗ ਵਿਕਾਰ ਹਮਾਰੇ। ਤੇ ਚਿੱਠੀ ਵਿੱਚ ਲਿਖਿਆ ਕਿ ਸਾਡਾ ਤੁਰਕਾਂ ਦੇ ਨਾਲ ਬਹੁਤ ਜੰਗ ਯੁੱਧ ਹੋ ਰਿਹਾ ਹੈ। ਪ੍ਰਭੂ ਰਾਜ ਨਿਜ ਵਿਖੈ ਸੁਖਾਰੇ। ਇਹ ਨਾਹਣ ਦੇ ਰਾਜੇ ਮੇਦਨੀ ਪ੍ਰਕਾਸ਼ ਇਹਨਾਂ ਦੋਵਾਂ ਭਰਾਵਾਂ ਨੂੰ, ਸੋਢੀਆਂ ਨੂੰ ਆਪਣੇ ਰਾਜ ਦੇ ਵਿੱਚ ਤੂੰ ਰੱਖ, ਤੇ ਰੱਖਣਾ ਵੀ ਬੜੇ ਸੌਖੇ ਤਰੀਕੇ ਨਾਲ, ਸੁਖਾਲੇ ਰੱਖਣਾ, ਇਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਲੈ ਕਰ ਦੋਨੋਂ ਭਰਾਤ ਸੁਧਾਰੇ। ਇਹ ਸਤਿਗੁਰੂ ਜੀ ਦੀ ਚਿੱਠੀ ਪੱਤਰਕਾ ਹੁਕਮਨਾਮਾ ਲੈ ਕੇ ਦੋਵੇਂ ਭਰਾ ਚਲੇ ਗਏ। ਔਰ ਸਕਲ ਆਪਣਾ ਪਰਿਵਾਰੇ। ਇਹਨਾਂ ਨੇ ਆਪਣਾ ਸਾਰਾ ਪਰਿਵਾਰ ਵੀ ਨਾਲ ਲੈ ਲਿਆ। ਨਾਨੇਸ਼ ਕੇ ਜਗ ਜਗ ਗਏ। ਜਦੋਂ ਸਾਧ ਸੰਗ ਨਾਹਣ ਦੇ ਰਾਜੇ ਦੇ ਕੋਲ ਪਹੁੰਚੇ, ਤਯੋ ਹੁਕਮਨਾਮਾ ਸਿਰ ਭਏ। ਸਤਿਗੁਰੂ ਜੀ ਦਾ ਲਿਖਿਆ ਹੋਇਆ ਹੁਕਮਨਾਮਾ ਦੇ ਕੇ ਇਹ ਉੱਥੇ ਬੈਠ ਗਏ। ਦੇਖ ਭੂਪ ਪੜ ਕਰ ਅਵਲਾਕੇ। ਰਾਜਾ ਨਾਹਣ ਦਾ ਮੇਦਨੀ ਪ੍ਰਕਾਸ਼ ਗੁਰੂ ਘਰ ਦਾ ਬਹੁਤ ਸ਼ਰਧਾਲੂ ਸੀ। ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਮੱਥਾ ਟੇਕ ਕੇ ਇਹਨਾਂ ਤੋਂ ਪ੍ਰਾਪਤ ਕੀਤਾ। ਬੜੀ ਅਭਿਲਾਖਾ ਦੇ ਨਾਲ, ਇੱਛਾ ਦੇ ਨਾਲ, ਭਾਵਨਾ ਨਾਲ ਪੜ੍ਹਿਆ। ਗਿਰਵੀ ਗ੍ਰਾਮ ਨਾਮ ਦੇ ਰੱਖੇ। ਸਾਰੀ ਗੱਲਬਾਤ ਪੜ੍ਹਨ ਤੋਂ ਬਾਅਦ ਸਤਿਗੁਰੂ ਦਾ ਬਚਨ ਮੰਨਦਿਆਂ ਹੋਇਆਂ ਨਾਹਣ ਦੇ ਰਾਜੇ ਨੇ, ਸਾਧ ਸੰਗਤ ਜੀ, ਇੱਕ ਗਿਰਵੀ ਨਾਮ ਦਾ ਪਿੰਡ ਹੈ ਉਹਦੀ ਰਿਆਸਤ ਦੇ ਵਿੱਚ। ਸੋ ਉਹ ਗਿਰਵੀ ਨਾਮ ਦਾ ਪਿੰਡ ਜਿਹੜਾ ਸੀ ਨਾ, ਉਹ ਇਹਨਾਂ ਨੂੰ ਦੇ ਦਿੱਤਾ। ਉਸ ਪਿੰਡ ਵਿੱਚ ਰੱਖਿਆ ਇਹਨਾਂ ਨੂੰ। ਸੈਤ ਪਟਾਂਗਰ ਹੈ ਸੁਖ ਪਾਏ। ਉਹ ਜਗੀਰ ਇਹਨਾਂ ਦੇ ਨਾਮ ਲਵਾ ਦਿੱਤੀ ਕਿ ਇਹਨਾਂ ਦਾ ਗੁਜ਼ਾਰਾ ਚੰਗਾ ਚੱਲੇ। ਇਹ ਸਾਰੇ ਪਰਿਵਾਰ ਦੇ ਸਮੇਤ ਉੱਥੇ ਸੁੱਖ ਦੇ ਨਾਲ ਰਹੇ। ਇਸੀ ਗ੍ਰਾਮ ਮੈਂ ਧਾਮ ਬਣਾਏ। ਉਸੇ ਪਿੰਡ ਦੇ ਵਿੱਚ, ਗਿਰਵੀ ਪਿੰਡ ਵਿੱਚ, ਇਹਨਾਂ ਨੇ ਆਪਣੇ ਘਰ ਬਣਾ ਲਏ। ਬੰਦੇ ਆਦਤ ਕੋਤ ਪਾਤ। ਇੱਧਰ ਸਾਧ ਸੰਗਤ ਜੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੀਆਂ ਲੜਾਈਆਂ ਜੰਗਾਂ ਹੋਈਆਂ ਦੁਸ਼ਮਣਾਂ ਤੋਂ, ਉਹਨਾਂ ਨੇ ਜਦੋਂ ਬਦਲਾ ਲੈ ਚੁੱਕੇ ਹਨ। ਜਬ ਹਟ ਗਏ ਭਾਈ ਸੁਖ ਸ਼ਾਂਤ। ਜਦੋਂ ਸਾਧ ਸੰਗਤ ਸੁਖ ਸ਼ਾਂਤੀ ਹੋ ਗਈ, ਜੰਗ ਯੁੱਧ ਜਿਹੜੇ ਬੰਦ ਹੋ ਗਏ, ਬਾਬਾ ਬੰਦਾ ਸਿੰਘ ਦੀ ਸ਼ਹਾਦਤ ਹੋ ਚੁੱਕੀ ਹੈ। ਤਲੈ ਗੁਲਾਬ ਰਾਏ ਚਲੇ ਆਇਓ। ਉਸ ਵੇਲੇ ਜਿਹੜਾ ਗੁਲਾਬ ਰਾਏ, ਗੁਲਾਬ ਸਿੰਘ, ਇਹ ਚੱਲ ਕੇ ਆਇਆ। ਆਨੰਦਪੁਰ ਕੋ ਚੈਤ ਬਸਾਇਓ। ਇਹਦੇ ਮਨ ਦੇ ਵਿੱਚ ਇੱਛਾ ਪੈਦਾ ਹੋਈ ਕਿ ਜਿਵੇਂ ਆਨੰਦਪੁਰ ਸਾਹਿਬ ਪਹਿਲਾਂ ਵਸਦਾ ਸੀ, ਉਸੇ ਤਰ੍ਹਾਂ ਸਤਿਗੁਰੂ ਜੀ ਦੀ ਆਨੰਦਾਂ ਦੀ ਪੁਰੀ ਨੂੰ ਦੁਬਾਰਾ ਵਸਾਈਏ। ਤਬ ਜੋ ਤੈ ਕੈਲੂਰੀ ਨਾਥ। ਉਸ ਵੇਲੇ ਸਾਧ ਸੰਗਤ ਜਿਹੜਾ ਕਹਿਲੂਰ ਦਾ ਰਾਜਾ ਸੀ, ਕਹਿਲੂਰ ਦਾ ਰਾਜਾ ਭੀਮ ਚੰਦ ਸੀ, ਪਰ ਭੀਮ ਚੰਦ ਦੀ ਮੌਤ ਹੋ ਚੁੱਕੀ ਹੈ। ਜਦੋਂ ਚਮਕੌਰ ਦੀ ਜੰਗ ਹੋਈ, ਇਹਦੀ ਲੱਤ ਦੇ ਉੱਤੇ ਸੱਟ ਲੱਗੀ ਸੀ, ਇਹ ਮਰ ਚੁੱਕਿਆ ਹੈ। ਅੱਗੇ ਇਹਦਾ ਪੁੱਤਰ ਅਜਮੇਰ ਚੰਦ ਜਿਹੜਾ ਕਹਿਲੂਰ ਦਾ ਰਾਜਾ ਬਣਿਆ ਹੋਇਆ ਹੈ। ਮਿਲਿਓ ਜਾਏ ਕਰਤ ਸਕੇ ਸਾਥ। ਇਹ ਜਿਹੜਾ ਗੁਲਾਬ ਰਾਏ ਹੈ ਜਾ ਕੇ ਕਹਿਲੂਰਪਤੀ ਅਜਮੇਰ ਚੰਦ ਨੂੰ ਮਿਲਿਆ। ਆਨੰਦਪੁਰ ਕੋ ਜੇਤ ਕਥੇ। ਕਹਿਣ ਲੱਗਾ ਕਿ ਆਨੰਦਪੁਰ ਸਾਹਿਬ ਦਾ ਜਿੰਨਾ ਇਹ ਥੇ ਹੈ ਸਾਰਾ ਉਜਾੜ ਦਿੱਤਾ ਸੀ ਨਾ ਦੁਸ਼ਮਣਾਂ ਨੇ, ਲੁੱਟ ਪੁੱਟ ਲਿਆ ਸੀ। ਥੇ ਸੀ ਸਿਰਫ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦੇਹੁਰਾ ਸ਼ਹੀਦੀ ਅਸਥਾਨ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਜਿੱਥੇ ਸੰਸਕਾਰ ਕੀਤਾ ਗਿਆ, ਉਹ ਅਸਥਾਨ ਜਿਹੜਾ ਉਹ ਬਾਕੀ ਸੀ। ਆਨੰਦਪੁਰ ਸਾਹਿਬ ਤੋਂ ਜਾਣ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਬਖਸ਼ ਦਾਸ ਸਾਧੂ ਦੀ
ਉਦਾਸੀ ਦੀ ਡਿਊਟੀ ਲਾ ਕੇ ਗਏ ਸੀ ਕਿ ਤੂੰ ਇੱਥੇ ਸੇਵਾ ਸੰਭਾਲ ਕਰਨੀ ਹੈ, ਘਿਓ ਦਾ ਦੀਵਾ ਬਾਲਣਾ, ਧੂਪ ਬੱਤੀ ਕਰਨੀ ਹੈ, ਸਤਿਗੁਰੂ ਦੇ ਅਸਥਾਨ ਉੱਤੇ ਭਾਵਨਾ ਨਾਲ ਸੇਵਾ ਨਿਭਾਉਣੀ ਹੈ ਔਰ ਤੈਨੂੰ ਮਾਇਆ ਦੀ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹੇਗੀ। ਜਦੋਂ ਸਵੇਰ ਵੇਲੇ ਉੱਠ ਕੇ ਝਾੜੂ ਲਾਇਆ ਕਰੇਗਾ ਤਾਂ ਇੱਕ ਚਾਂਦੀ ਦਾ ਰੁਪਈਆ ਤੈਨੂੰ ਰੋਜ਼ ਮਿਲ ਜਾਇਆ ਕਰੇਗਾ, ਇਸ ਕਰਕੇ ਖਰਚੇ ਦਾ ਫਿਕਰ ਨਹੀਂ ਕਰਨਾ। ਉਸ ਉਦਾਸੀ ਸਾਧੂ ਨੇ ਬਹੁਤ ਲੰਮਾ ਸਮਾਂ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਸੰਭਾਲ ਕੀਤੀ। ਜਦੋਂ ਸਾਰੇ ਅਨੰਦਪੁਰ ਸਾਹਿਬ ਛੱਡ ਕੇ ਜਾ ਚੁੱਕੇ ਆ ਨਾ, ਉਦੋਂ ਉਹ ਉਦਾਸੀ ਸਾਧੂ ਨੇ। ਅੱਜ ਤਾਂ ਸਾਧ ਸੰਗਤ ਜੀ ਉਦਾਸੀ ਸਾਧੂਆਂ ਨੇ, ਸਾਧ ਸੰਗਤ ਜੀ ਉਹਨਾਂ ਦੀਆਂ ਸੰਪਰਦਾਵਾਂ ਦੇ ਵਿੱਚ ਵੀ ਪਖੰਡਵਾਦ ਬਹੁਤ ਵੱਧ ਗਿਆ ਅਤੇ ਆਪਣੇ ਅਕਾਲੀਆਂ ਨੇ, ਖਾਲਸਿਆਂ ਨੇ, ਟਕਸਾਲੀਆਂ ਨੇ, ਸਾਰਿਆਂ ਨੇ ਕਾਫੀ ਦੂਰੀਆਂ ਵਧਾ ਲਈਆਂ ਉਹਨਾਂ ਤੋਂ। ਉਦੋਂ ਨਹੀਂ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਹੁੰਦਾ ਸੀ, ਚਾਹੇ ਕਿਸੇ ਭੇਖ ਦਾ ਸਾਧੂ ਹੁੰਦਾ, ਸਭ ਦਾ ਗੁਰੂ ਘਰ ਵਿੱਚ ਸਤਿਕਾਰ ਹੁੰਦਾ ਅਤੇ ਉਹ ਵੀ ਮਾਣ ਮਰਿਆਦਾ ਵਿੱਚ ਰਹਿੰਦੇ, ਗੁਰੂ ਕਾ ਅਦਬ ਸਤਿਕਾਰ ਰੱਖਦੇ, ਆਪਣੀ ਪੂਜਾ ਨਹੀਂ ਸੀ ਕਰਵਾਉਂਦੇ। ਸੋ ਇਹ ਉਦਾਸੀ ਸਾਧੂ ਨੇ ਉੱਥੇ ਬਹੁਤ ਸੇਵਾ ਕੀਤੀ ਸੀ। ਪਰ ਬਾਕੀ ਦਾ ਜਿਹੜਾ ਅਨੰਦਪੁਰ ਸਾਹਿਬ ਜਿਹੜਾ ਸਾਰਾ ਢਹਿ ਢੇਰੀ ਕਰ ਦਿੱਤਾ ਗਿਆ ਸੀ, ਥੇ ਕਰ ਦਿੱਤਾ ਗਿਆ ਸੀ। ਇਹ ਜਿਹੜਾ ਗੁਲਾਬ ਰਾਏ ਹੈ, ਇਹ ਕਹਿਲੂਰਪਤੀ ਰਾਜੇ ਅਜਮੇਰ ਚੰਦ ਨੂੰ ਕਹਿੰਦਾ ਹੈ ਕਿ ਜਿਹੜਾ ਅਨੰਦਪੁਰ ਸਾਹਿਬ ਦਾ ਥਾਂ ਜਿਹੜਾ ਥੇ ਹੋ ਚੁੱਕਾ ਹੈ, ਕਹਿੰਦਾ ਵੀ ਇਹਦਾ ਕੋਈ ਮੁੱਲ ਪਾ ਕੇ ਨਾ ਕੀਮਤ ਪਾ ਕੇ ਮੈਨੂੰ ਇਹ ਜਗ੍ਹਾ ਦੇ ਦੇ, ਮੈਂ ਮੁੱਲ ਖਰੀਦ ਲਵਾਂਗਾ। ਉਸ ਵੇਲੇ ਇਹਨੇ ਕਹਿਲੂਰ ਦੇ ਰਾਜੇ ਨੇ 60,000 ਰੁਪਈਆ ਮੰਗਿਆ, ਕਿਉਂਕਿ ਸਤਿਗੁਰੂ ਦਾ ਹੁਕਮਨਾਮੇ ਕਰਕੇ ਇੱਕ ਪਿੰਡ ਦੀ ਜਗੀਰ ਇਹਨਾਂ ਨੂੰ ਮਿਲੀ ਹੋਈ ਸੀ। ਗੁਲਾਬ ਰਾਏ ਕੋਲੇ ਪੈਸਾ ਬਹੁਤ ਸੀ, ਰਾਜਾ ਵੀ ਨਾਹਨ ਦਾ ਇਹਨਾਂ ਦੀ ਚੰਗੀ ਸੇਵਾ ਕਰਦਾ ਸੀ। ਗੁਰੂ ਸਾਹਿਬ ਨੇ ਆਪ ਹੁਕਮਨਾਮਾ ਲਿਖ ਕੇ ਜੋ ਭੇਜੇ ਸਨ। ਸੋ ਸਾਧ ਸੰਗਤ ਜੀ 60,000 ਰੁਪਈਆ ਜਿਹੜਾ ਕਹਿਲੂਰ ਦੇ ਰਾਜੇ ਨੇ ਗੁਲਾਬ ਰਾਏ ਕੋਲੋਂ ਲਿਆ ਔਰ 60 ਘੁਮਾ ਜਗ੍ਹਾ 60 ਖੇਤ ਕਹਿ ਲਓ, ਉਹ ਜਿਹੜੀ ਜਗ੍ਹਾ ਸੀ ਅਨੰਦਪੁਰ ਸਾਹਿਬ ਵਾਲੀ, ਉਹ ਇਹ ਗੁਲਾਬ ਰਾਏ ਨੂੰ ਦੇ ਦਿੱਤੀ, ਦੁਬਾਰਾ ਮੁੱਲ ਖਰੀਦੀ। ਭਾਵੇਂ ਕਿ ਪਹਿਲਾਂ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਪਹਾੜੀ ਰਾਜਿਆਂ ਤੋਂ, ਅਜਮੇਰ ਚੰਦ ਦੇ ਦਾਦੇ ਦੀਪ ਚੰਦ ਤੋਂ ਇਹ ਜਗ੍ਹਾ ਮੁੱਲ ਲਈ ਸੀ। ਮਾਖੋਵਾਲ ਦਾ ਜਿਹੜਾ ਇਲਾਕਾ ਸੀ ਨਾ, ਇਹ ਧਰਤੀ ਸਤਿਗੁਰ ਸੱਚੇ ਪਾਤਸ਼ਾਹ ਨੇ ਮੁੱਲ ਲਈ ਸੀ ਅਤੇ ਆਪਣੇ ਸਤਿਕਾਰਯੋਗ ਮਾਤਾ ਜੀ ਦੇ ਨਾਂ 'ਤੇ ਚੱਕ ਨਾਨਕੀ ਰੱਖਿਆ ਸੀ। ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਚੱਕ ਨਾਨਕੀ ਸੀ। ਅੱਜ ਵੀ ਸਰਕਾਰੀ ਕਾਗਜ਼ਾਂ ਦੇ ਵਿੱਚ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਾਤਾ ਦੇ ਨਾਂ ਹੀ ਹੈ ਜਗ੍ਹਾ ਜਿਹੜੀ ਅਨੰਦਪੁਰ ਸਾਹਿਬ ਵਾਲੀ, ਜਿੱਥੇ ਸਤਿਗੁਰੂ ਕੇ ਮਹਿਲ ਸਨ, ਘਰ ਸਨ ਨਾ, ਉਹ ਸਾਰੀ ਜਗ੍ਹਾ ਜਿਹੜੀ ਆ ਆਬਾਦੀ ਵਾਲੀ ਪੁਰਾਤਨ, ਉਹ ਅੱਜ ਵੀ ਮਾਤਾ ਨਾਨਕੀ ਜੀ ਦੇ ਨਾਮ ਦੇ ਉੱਤੇ ਹੈ। ਮਾਤਾ ਨਾਨਕੀ ਜੀ ਦੇ ਨਾਮ ਦੇ ਉੱਤੇ ਇਹ ਜਗ੍ਹਾ ਖਰੀਦੀ ਸੀ ਮੁੱਲ। ਸੋ ਹੁਣ ਇਹ 60 ਖੇਤ 60 ਘੁਮਾ ਜਗ੍ਹਾ ਦੁਬਾਰਾ ਗੁਲਾਬ ਰਾਏ ਨੇ ਸਾਧ ਸੰਗਤ ਖਰੀਦ ਲਈ ਹੈ। ਸ਼ਿਆਮ ਸਿੰਘ ਅਰ ਸਗਲ ਕੁਟੰਬ, ਇਹਦਾ ਭਰਾ ਸ਼ਾਮ ਸਿੰਘ ਅਤੇ ਹੋਰ ਇਹਨਾਂ ਦਾ ਸਾਰਾ ਪਰਿਵਾਰ, ਆਨ ਬਸੇ ਦੇ ਨਰਨ ਕਦੰਬ, ਇਹ ਸਾਰੇ ਆਪਣੇ ਲੋਕਾਂ ਨੂੰ, ਆਪਣੇ ਜਾਣ ਪਛਾਣ ਵਾਲਿਆਂ ਨੂੰ, ਪਰਿਵਾਰਾਂ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਦੁਆਰਾ ਆ ਵਸੇ। ਕਿੰਨੇ ਹੀ ਇਹਨਾਂ ਨੇ ਘਰ ਆਪਣੇ ਰਹਿਣ ਵਾਸਤੇ ਬਣਾ ਲਏ। ਹੋਰ ਜਿਹੜੇ ਪਰਿਵਾਰ ਸਨ ਉਹਨਾਂ ਨੇ ਵੀ ਘਰ ਬਣਾ ਲਏ ਆ ਕੇ। ਅਨੰਦਪੁਰ ਸਾਹਿਬ ਦੇ ਵਿੱਚ ਦੀਪਮਾਲਕਾ ਦੀਵਾਲੀ ਤੇ ਵਿਸਾਖੀ ਦਾ ਦਿਨ ਜਿਹੜਾ ਇਹ ਜੋੜ ਮੇਲੇ ਮਨਾਏ ਜਾਂਦੇ। ਤੇ ਹੋਲੀ ਦਾ ਤਿਉਹਾਰ ਜਦੋਂ ਆਉਂਦਾ, ਹੋਲਾ ਮਹੱਲਾ ਵੀ ਸੰਗਤਾਂ ਬੜੀ ਅਭਲਾਖਾ ਚਾਹਨਾ ਭਾਵਨਾ ਦੇ ਨਾਲ ਇਕੱਤਰਤਾ ਕਰਦੀਆਂ, ਇੱਥੇ ਮਨਾਉਂਦੀਆਂ ਤਿਉਹਾਰ। ਜਦੋਂ ਸਾਧ ਸੰਗਤ ਇਹ ਤਿਉਹਾਰ ਆਉਂਦੇ, ਦੀਵਾਲੀ ਆਉਂਦੀ, ਵਿਸਾਖੀ ਆਉਂਦੀ, ਹੋਲਾ ਮਹੱਲਾ ਆਉਂਦਾ, ਇਹ ਜਿਹੜਾ ਗੁਲਾਬ ਰਾਏ ਸੀ ਨਾ, ਇਹਦੇ ਮਨ ਦੇ ਵਿੱਚ ਭਾਵਨਾ ਪੈਦਾ ਹੋਈ ਵੀ ਹੁਣ ਸਤਿਗੁਰ ਸੱਚੇ ਪਾਤਸ਼ਾਹ ਸੱਚਖੰਡ ਚਲੇ ਗਏ ਹੈ, ਅਸੀਂ ਸੋਢੀਆਂ ਦੀ ਕੁਲ ਵਿੱਚੋਂ ਆ, ਗੁਰੂ ਕੀ ਕੁਲ ਦੇ ਵਿੱਚੋਂ ਆ, ਮੈਂ ਨਾ ਗੁਰੂ ਬਣ ਕੇ ਬਹਿ ਜਾ। ਇਹ ਸਾਧ ਸੰਗਤ ਜਦੋਂ ਕੋਈ ਤਿਉਹਾਰ ਆਇਆ ਕਰੇ, ਬੜਾ ਬਣ ਠਣ ਕੇ ਗੁਰੂ ਬਣ ਕੇ ਬੈਠਿਆ ਕਰੇ। ਜਿਸ ਤਰ੍ਹਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਖਤ ਦੇ ਉੱਤੇ
ਵਿਰਾਜਦੇ ਸਨ ਅਨੰਦਪੁਰ ਸਾਹਿਬ, ਉਸੇ ਤਰ੍ਹਾਂ ਇਹ ਬੈਠ ਜਾਇਆ ਕਰੇ ਉਸੇ ਜਗ੍ਹਾ। ਸੰਗਤ ਆਵਨ ਲਗੀ ਬਿਲੋਕ ਦੇਖ ਦੇਖ ਕੇ ਸਾਧ ਸੰਗਤ ਹੌਲੀ ਹੌਲੀ ਸੰਗਤ ਦੀ ਆਵਾਜਾਈ ਸ਼ੁਰੂ ਹੋ ਗਈ ਦੇਖਾ ਦੇਖੀ ਵੈ ਮਨ ਲੋਕ ਤੇ ਦੇਖਾ ਦੇਖੀ ਸਾਧ ਸੰਗਤ ਬਹੁਤ ਭਾਰਾ ਇਕੱਠ, ਸੰਗਤਾਂ ਦੀ ਭੀੜ ਜੁੜਨ ਲੱਗ ਪਈ, ਭਾਰੀ ਗਿਣਤੀ ਵਿੱਚ ਸੰਗਤ ਜੁੜਨ ਲੱਗ ਪਈ। ਕਿਉਂਕਿ ਆਮ ਸੰਸਾਰ ਦੇ ਵਿੱਚ ਐਸਾ ਹੀ ਹੈ ਕਿ ਅਸੀਂ ਦੇਖਾ ਦੇਖੀ ਬਹੁਤ ਜੁੜਦੇ ਹਾਂ ਹਰ ਜਗ੍ਹਾ ਦੇ ਉੱਤੇ। ਸੋ ਧਰਮ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਜਗਤ ਕੀ ਭੇਡਾ ਚਾਲ, ਚਲਤੇ ਕੇ ਪਿੱਛੇ ਚਲੇ ਪਰਮਾਰਥ ਨਾ ਸੰਭਾਲ। ਚਲਤੇ ਕੇ ਪਾਛੇ ਚਲੇ, ਚਲਦਿਆਂ ਹੋਇਆਂ ਦੇ ਪਿੱਛੇ ਹੀ ਤੁਰੇ ਜਾਂਦੇ ਆ, ਜਿਵੇਂ ਇੱਕ ਭੇਡ ਦੂਜੀਆਂ ਭੇਡਾਂ ਦੇ ਪਿੱਛੇ ਜਾਂਦੀ ਆ। ਇਸੇ ਤਰ੍ਹਾਂ ਬਹੁਤ ਲੋਕ ਆ ਕੇ ਇਹਦੀ ਉੱਥੇ ਪੂਜਾ ਕਰਨ ਲੱਗੇ। ਲਿਆਏ ਉਪਾਇਨ ਪੂਜੈ ਪਾਏ ਬਹੁਤ ਭਾਵਨਾ ਦੇ ਨਾਲ ਭੇਟਾਵਾਂ ਲੈ ਕੇ ਆਉਂਦੇ ਆ ਤੇ ਇਹਦੇ ਆ ਕੇ ਪੈਰ ਪੂਜਦੇ ਹਨ। ਸ੍ਰੀ ਸਤਿਗੁਰ ਕੀ ਰੀਤ ਮਨਾਏ ਉਹ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਤਿਕਾਰ ਸੰਗਤਾਂ ਕਰਦੀਆਂ ਸਨ ਨਾ, ਉਵੇਂ ਇਹਨੂੰ ਮੰਨਣਾ ਸ਼ੁਰੂ ਕੀਤਾ। ਆਮਨ ਲਗਿਓ ਦਲ ਸਮਦਾਏ ਬਹੁਤ ਧਨ ਪਦਾਰਥ ਇਹ ਗੁਲਾਬ ਰਾਏ ਨੂੰ ਚੜਾਵਾ ਚੜਨ ਲੱਗ ਪਿਆ ਵੇਲਾ ਹੋਣ ਲਗਿਓ ਤਿਸ ਭਾਏ ਤੇ ਸਾਧ ਸੰਗਤ ਭਾਰਾ ਇਕੱਠ, ਬਹੁਤ ਵੱਡਾ ਜੋੜ ਮੇਲਾ ਹੋਣ ਲੱਗ ਪਿਆ। ਕਲਗੀ ਜਿਕਾ ਜਿਗਾ ਬਭੂਖਨ ਸਾਰੇ ਇਹਨੇ ਕਲਗੀ ਵੀ ਲਾਈ, ਜਿਗਾ ਵੀ ਐ ਚੰਗੀ ਤਰ੍ਹਾਂ ਸ਼ਾਸਤਰ ਵਸਤਰ ਬਿਲਕੁਲ 10ਵੇਂ ਪਾਤਸ਼ਾਹ ਵਾਂਗੂ ਸਜਾਉਂਦਾ ਹੈ। ਜਿਵੇਂ ਸ਼੍ਰੀ ਗੋਬਿੰਦ ਸਿੰਘ ਤਨ ਧਾਰੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਤਨ ਦੇ ਉੱਤੇ ਸ਼ਾਸਤਰ ਵਸਤਰ ਧਾਰੇ ਹੁੰਦੇ ਸਨ ਨਾ, ਬਿਲਕੁਲ ਹੂਬਹੂ ਉਸੇ ਤਰ੍ਹਾਂ ਇਹ ਸਜਾਉਂਦਾ ਹੈ ਗੁਲਾਬ ਰਾਏ। ਮੇਰੀ ਕਮਰ ਕਸਾ ਸੁਭ ਕਰਕੇ ਇਸੇ ਤਰ੍ਹਾਂ ਹੀ ਬਹੁਤ ਸੋਹਣਾ ਕਮਰ ਕੱਸਾ ਕਰਦਾ ਗੁਰੂ ਸਾਹਿਬ ਵਾਂਗ। ਸਭ ਮੈਂ ਬੈਠ ਮੰਜੀ ਚਰਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਖਤ ਦੇ ਉੱਤੇ, ਮੰਜੀ ਦੇ ਉੱਤੇ ਇਹ ਬਿਰਾਜਮਾਨ ਹੁੰਦਾ, ਸਾਰਿਆਂ ਵਿੱਚ ਬੈਠਦਾ ਹੈ। ਸ੍ਰੀ ਗੁਰ ਸੋਭਤ ਜਿਸ ਸਥਾਨ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਜਗ੍ਹਾ ਦੇ ਉੱਤੇ ਬੈਠੇ ਸ਼ੋਭਾ ਪਾਉਂਦੇ ਸਨ, ਤੈਂ ਇਹ ਬੈਠੇ ਬਦਮਾਨ ਉੱਥੇ ਸਾਧ ਸੰਗਤ ਇਹ ਗੁਲਾਬ ਰਾਏ ਬੜਾ ਮਾਣੀ ਹੋ ਕੇ, ਹੰਕਾਰੀ ਹੋ ਕੇ ਬਹਿੰਦਾ ਹੈ। ਐਸਵਰਜ ਬਦਿਓ ਭਇਓ ਹੰਕਾਰ ਜਦੋਂ ਐਸ਼ਵਰਜ ਵੱਧ ਗਿਆ, ਬਹੁਤ ਧਨ ਪਦਾਰਥ ਇਹਦੇ ਕੋਲੇ ਮਾਇਆ ਆਉਣ ਲੱਗ ਪਈ, ਖੁੱਲੀ, ਬੜਾ ਇਹਦਾ ਮਾਨ ਸਨਮਾਨ ਹੋ ਗਿਆ, ਤਾਂ ਸਾਧ ਸੰਗਤ ਇਹਦੇ ਮਨ ਵਿੱਚ ਹੰਕਾਰ ਬਹੁਤ ਵੱਧ ਗਿਆ ਗੁਰ ਕੀ ਸਮਤਾ ਸਮਤਾ ਮੈਂ ਤਿਤ ਧਾਰ ਔਰ ਚਿੱਤ ਦੇ ਵਿੱਚ ਇਹਦੇ ਧਾਰਨਾ ਬਣ ਗਈ। ਇਹ ਗੱਲ ਇਹਨੇ ਪੱਕੀ ਕਰ ਲਈ ਕਿ ਮੈਂ ਤਾਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਰਾਬਰ ਹੀ ਹਾਂ। ਉਦੋ ਦੇਹੁਰਾ ਨਮ ਗੁਰੂ ਕੋ ਜੈ ਜਿੱਥੇ ਉਧਰ ਸਾਧ ਸੰਗਤ ਜੀ 9ਵੇਂ ਪਾਤਸ਼ਾਹ ਜੀ ਦਾ ਦੇਹੁਰਾ ਸੀ, ਸੀਸ ਦਾ ਸੰਸਕਾਰ ਕੀਤਾ ਗਿਆ ਸੀ, ਸੇਵਾ ਹੈ ਗੁਰ ਬਖਸ਼ ਸਾਧਤ ਹੈ ਉੱਥੇ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ। ਸਤਿਗੁਰੂ 10ਵੇਂ ਪਾਤਸ਼ਾਹ ਨੇ ਸੇਵਾ ਦੇ ਵਾਸਤੇ ਇੱਕ ਗੁਰਬਖਸ਼ ਦਾਸ ਸਾਧੂ ਦੀ ਡਿਊਟੀ ਲਾਈ ਸੀ ਆਪ ਗੁਰੂ ਸਿਰ ਕਰਤੇ ਗਏ ਔਰ ਗੁਰੂ ਸਾਹਿਬ ਆਪ ਉਹਨੂੰ ਇਸ ਜਗ੍ਹਾ ਦੇ ਉੱਤੇ ਬਿਠਾ ਕੇ ਗਏ ਸਨ ਉਪਦੀਵ ਆਦਿ ਕ੍ਰਿਤ ਭਏ ਕਿ ਸਾਡੇ ਤੋਂ ਬਾਅਦ ਇੱਥੇ ਧੂਪ ਦੀਪ ਕਰਦਾ ਰਹੀ, ਇਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦੀ ਤੂੰ ਸੇਵਾ ਸੰਭਾਲ ਕਰੀ। ਇੱਕ ਦਿਨ ਅਵਲੋਕਿਓ ਆਨ ਇੱਕ ਦਿਨ ਸਾਧ ਸੰਗਤ ਅਚਨਚੇਤ ਇਹ ਗੁਰਬਖਸ਼ ਦਾਸ ਸਾਧੂ ਸੀ ਨਾ ਜਿਹੜਾ, ਇਹ ਤਖਤ ਸਾਹਿਬ ਵਾਲੀ ਜਗ੍ਹਾ ਆਇਆ ਤੇ ਉਹਨੇ ਆ ਕੇ ਦੇਖਿਆ। ਜਿਉ ਗੁਲਾਬ ਰਹੇ ਗੁਰਧਾਨ ਕੀ ਦੇਖਦਾ ਆ ਕੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਸਥਾਨ ਤੇ ਬਹਿੰਦੇ ਸਨ, ਉੱਥੇ ਗੁਲਾਬ ਰਾਏ ਸਤਿਗੁਰੂ ਦਾ ਰਿਸ਼ਤੇਦਾਰੀ 'ਚ ਲੱਗਦਾ ਭਤੀਜਾ ਜਿਹੜਾ, ਉਹ ਸਤਿਗੁਰੂ ਦੀ ਜਗ੍ਹਾ ਦੇ ਉੱਤੇ ਬੈਠਾ ਹੈ। ਸਹੀ ਨ ਗਈ ਅਵਗਿਆ ਹੀਰ ਬੜਾ ਭਾਵਨਾ ਵਾਲਾ ਸੀ ਸਾਧੂ ਗੁਰਬਖਸ਼ ਦਾਸ। ਇਹਨੇ ਆਖਿਆ ਉਹ ਹੋਆ ਤਾਂ ਬੜੀ ਅਵਗਿਆ ਕਰ ਰਿਹਾ ਗੁਲਾਬ ਰਾਏ, ਸਤਿਗੁਰੂ 10ਵੇਂ ਪਾਤਸ਼ਾਹ ਦੇ ਅਸਥਾਨ ਦੇ ਉੱਤੇ ਬੈਠਾ ਹੈ। ਇਹ ਤੋਂ ਦੇਖ ਕੇ ਅਵਗਿਆ ਜਰੀ ਨਾ ਗਈ। ਹਾਥ ਜੋੜ ਬੋਲਿਓ ਤਸਬੀਰ ਉਸ ਵੇਲੇ ਬੜੀ ਨਿਮਰਤਾ ਦੇ ਸਹਿਤ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, ਪੂਜਾ ਲੈਣ ਆਦਿ ਕ੍ਰਿਤ ਸਾਰੀ ਕਹਿਣ ਲੱਗਾ ਗੁਲਾਬ ਰਾਏ ਸੋਢੀ ਜੀ, ਜੇ ਤੁਹਾਡਾ ਮਨ ਕਰਦਾ ਨਾ ਪੂਜਾ ਕਰਾਉਣ ਨੂੰ, ਪੂਜਾ ਕਰਾਈ ਚੱਲੋ। ਜੇ ਭੇਟਾਵਾਂ ਲੈਣ ਨੂੰ ਮਨ ਕਰਦਾ ਤੇ ਭੇਟਾਵਾਂ ਵੀ ਲਈ ਚੱਲੋ। ਸਭ ਕਰੀਏ ਨੇ ਕੋ ਹਟਕਾਰੀ ਸਭ ਕੁਝ ਕਰੋ, ਤੁਹਾਨੂੰ ਕੋਈ ਨਹੀਂ ਹਟਾਉਂਦਾ। ਪੂਜਾ ਕਰਾਉਣ ਤੋਂ ਨਹੀਂ ਤੁਹਾਨੂੰ ਕੋਈ ਹਟਾਉਂਦਾ, ਭੇਟਾਵਾਂ ਲੈਣ ਤੋਂ ਨਹੀਂ ਹਟਾਉਂਦਾ। ਇੱਥੋਂ ਤੱਕ ਕਿ 9ਵੇਂ ਪਾਤਸ਼ਾਹ ਦੇ ਜਿੱਥੇ ਸੀਸਗੰਜ ਹੈ, ਸਤਿਗੁਰੂ ਜੀ ਦਾ ਸੀਸ ਦਾ ਸੰਸਕਾਰ ਹੋਇਆ, ਉੱਥੇ ਵੀ ਜਿਹੜੀ ਭੇਟਾ ਆਉਂਦੀ ਹੈ ਉਹ ਵੀ ਮੇਰੇ ਤੋਂ ਲੈ ਲਿਆ ਕਰ।
ਤੈਨੂੰ ਕੋਈ ਨਹੀਂ ਵਰਜਦਾ, ਕੋਈ ਨਹੀਂ ਰੋਕਦਾ। ਬੈਠਤ ਉਠਤ ਨਾ ਗੁਰੂ ਕੇ ਥਾਨ। ਪਰ ਗੁਲਾਬ ਰਾਏ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦੇ ਉੱਤੇ, 10ਵੇਂ ਪਾਤਸ਼ਾਹ ਜੀ ਦੀ ਜਗ੍ਹਾ ਦੇ ਉੱਤੇ ਬੈਠਣਾ ਇਹ ਤੁਹਾਡੇ ਲਈ ਉਚਿਤ ਨਹੀਂ ਹੈ, ਯੋਗ ਨਹੀਂ ਹੈ। ਬੰਧਨ ਜੋਗ ਸਭਨ ਕੇ ਜਾਨ। ਕਿਉਂਕਿ ਇਹ ਜਗ੍ਹਾ ਤਾਂ ਆਪਣੇ ਸਾਰੇ ਸਿੱਖਾਂ ਦੇ ਵਾਸਤੇ ਬੰਦਨਾ ਕਰਨੇ ਯੋਗ ਹੈ, ਪੂਜਣ ਯੋਗ ਹੈ, ਨਮਸਕਾਰ ਕਰਨ ਦੇ ਯੋਗ ਹੈ। ਥਾਨ ਬਣਾਓ ਆਪਣਾ ਦੂਜਾ। ਹਾਂ, ਜੇ ਤੁਸੀਂ ਬੈਠਣਾ ਹੀ ਚਾਹੁੰਦੇ ਹੋ ਗੱਦੀ ਲਾ ਕੇ ਤਾਂ ਆਪਣੇ ਵਾਸਤੇ ਕੋਈ ਹੋਰ ਦੂਜੀ ਜਗ੍ਹਾ ਲੱਭੋ, ਉੱਥੇ ਅਸਥਾਨ ਬਣਾ ਲਓ। ਤਾਂ ਬੈਠ ਦੀਜੈ ਸਭ ਪੂਜਾ। ਔਰ ਇੱਥੋਂ ਪਾਸੇ ਬੈਠ ਕੇ ਉੱਥੇ ਤੁਸੀਂ ਪੂਜਾ ਭੇਟਾ ਲਈ ਚੱਲੋ। ਸੁਨਤ ਗੁਲਾਬ ਰਾਏ ਜਿਸ ਭਰਿਓ। ਗੁਲਾਬ ਰਾਏ ਨੇ ਜਦੋਂ ਸਾਧ ਸੰਗਤ ਸਾਧੂ ਗੁਰਬਖਸ਼ਦਾਸ ਦੇ ਇਹ ਬਚਨ ਸੁਣੇ ਤੇ ਬੜਾ ਗੁੱਸੇ ਨਾਲ ਭਰ ਗਿਆ। ਕਿਉ ਫੁਕਰੇ ਹੋਏ ਜੇਗਤ ਜਰਿਓ। ਬੜਾ ਗੁੱਸੇ ਵਿੱਚ ਤੇ ਹੰਕਾਰ ਦੇ ਵਿੱਚ ਆ ਕੇ ਫਿੱਕੇ ਬਚਨ ਬੋਲੇ, ਕੌੜੇ ਬਚਨ ਬੋਲੇ। ਕਹਿੰਦਾ ਉਹ ਫੁਕਰੇ ਸਾਧਾ, ਕਿਉਂ? ਕਹਿੰਦਾ ਤੂੰ ਮੇਰੀ ਆ ਚੜ੍ਹਾਈ ਦੇਖ ਕੇ, ਮੇਰੀ ਪੂਜਾ ਦੇਖ ਕੇ ਤੂੰ ਜਲ ਗਿਆ, ਬਲ ਗਿਆ, ਸੜ ਗਿਆ ਹੈ। ਜਰਿਓ ਨੇ ਕਿਨੂੰ ਵਸਾਇਓ। ਕਹਿੰਦੇ ਇਹ ਸਤਿਗੁਰੂ ਜੀ ਦੀ ਸਾਰੀ ਪੂਰੀ ਆਨੰਦਪੁਰ ਸਾਹਿਬ ਜਦੋਂ ਉਜੜ ਗਿਆ ਸੀ, ਕਹਿੰਦਾ ਤੂੰ ਦੱਸ ਵੀ ਮੇਰੇ ਬਿਨਾਂ ਕਿਸੇ ਨੇ ਹੋਰ ਆ ਕੇ ਵਸਾਇਆ? ਮਨ ਦੇ ਵਿੱਚ ਹੰਕਾਰ ਹੈ ਕਿ ਮੈਂ ਪੈਸਾ ਲਾਇਆ, ਮੈਂ ਜਗ੍ਹਾ ਖਰੀਦੀ ਆ ਤੇ ਇਹ ਜਗ੍ਹਾ ਨੂੰ ਮੈਂ ਵਸਾਇਆ। ਇਹ ਨਹੀਂ ਜਾਣਦਾ ਕਿ ਸਤਿਗੁਰੂ ਪਾਤਸ਼ਾਹ ਨੇ ਤੁਹਾਡੀ ਜਾਨ ਬਚਾਈ, ਤੁਹਾਨੂੰ ਉੱਥੇ ਭੇਜਿਆ, ਰਾਜੇ ਤੋਂ ਤੁਹਾਨੂੰ ਉਹ ਨਗਰ ਦਵਾਇਆ ਤੇ ਉੱਥੋਂ ਦੀ ਆਮਦਨੀ ਨਾਲ ਹੀ ਖਰੀਦਿਆ ਨਾ, ਹੈ ਤਾਂ ਗੁਰੂ ਦੀ ਮਾਇਆ ਹੀ ਹੈ। ਪਰ ਹੰਕਾਰ ਦੇ ਵਿੱਚ ਆ ਕੇ ਕਹਿੰਦਾ ਵੀ ਇੰਨਾ ਸਮਾਂ ਹੋ ਗਿਆ ਸੀ ਆਨੰਦਪੁਰ ਸਾਹਿਬ ਉਜੜੇ ਨੂੰ, ਕਿਸੇ ਨੇ ਹੋਰ ਨਾ ਵਸਾ ਲਿਆ। ਗੁਰੂ ਕੋ ਅਦਬ ਨਾ ਕਿਨ ਰਖਵਾਇਓ। ਕਹਿੰਦਾ ਉਦੋਂ ਨਹੀਂ ਯਾਦ ਆਇਆ ਵੀ ਸਤਿਗੁਰੂ ਦਾ ਅਦਬ ਕਰਨਾ ਹੈ, ਸਤਿਗੁਰੂ ਦਾ ਸਤਿਕਾਰ ਕਰਨਾ ਹੈ। ਉਦੋਂ ਸਤਿਗੁਰੂ ਦੀ ਜਗ੍ਹਾ ਦੇ ਅਦਬ ਦਾ ਤੁਹਾਨੂੰ ਚੇਤਾ ਨਾ ਰਿਹਾ। ਮੈਂ ਉਪਾਇ ਕਰਦੇ ਕਰ ਦਰਬ। ਮੈਂ ਇਹ ਉਪਾਅ ਕੀਤਾ, ਯਤਨ ਕੀਤਾ ਤੇ ਧਨ ਦੇ ਕੇ ਇਹ ਜਗ੍ਹਾ ਲਈ ਹੈ ਮੇਰੇ ਤੋਂ ਤੈ ਵਸਾਇਓ ਸਰਬ। ਤੇ ਦੁਬਾਰਾ ਤੋਂ ਇੱਧਰ ਉੱਧਰ ਮੈਂ ਸਾਰਿਆਂ ਨੂੰ ਲਿਆ ਕੇ ਇੱਥੇ ਵਸਾਇਆ ਹੈ। ਗੁਰ ਥਲ ਵਿਦਤ ਕਰੇ ਤਨ ਲਾਇਓ। ਔਰ ਸਤਿਗੁਰੂ ਜੀ ਦਾ ਅਸਥਾਨ ਮੈਂ ਦੁਬਾਰਾ ਪ੍ਰਗਟ ਕੀਤਾ ਹੈ, ਬਹੁਤ ਧਨ ਲਾ ਕੇ। ਲੋਕਨ ਤੇ ਤੈ ਮਾਤ ਟਿਕਾਇਓ। ਤੇ ਤਾਂ ਕਰਕੇ ਮੈਂ ਲੋਕਾਂ ਤੋਂ ਇੱਥੇ ਬਹਿ ਕੇ ਮੱਥਾ ਟਿਕਾਉਂਦਾ ਹਾਂ। ਤੂੰ ਸੇਵਕ ਸੇਵਾ ਪਰ ਰਾਖਾ। ਕਹਿੰਦਾ ਤੂੰ ਸਾਧ ਫੁਕਰਾ ਬੰਦਾ, ਕਹਿੰਦਾ ਤੂੰ ਹੈ ਕੀ ਹੈ ਮੇਰੇ ਸਾਹਮਣੇ? ਤੂੰ ਤਾਂ ਸਾਡੇ ਸੋਢੀਆਂ ਦਾ ਗੁਰੂ ਕੁਲ ਦਾ ਇੱਕ ਸੇਵਕ ਹੈ, ਇੱਕ ਨੌਕਰ ਹੈ, ਤੈਨੂੰ ਸੇਵਾ ਵਾਸਤੇ ਰੱਖਿਆ ਹੈ। ਸੰਤਾ ਹਿਤ ਕਹਿ ਬੋ ਕਿਨੋ ਕਾਂਖਾ। ਤੇ ਕਹਿੰਦਾ ਮੇਰੀ ਬਰਾਬਰੀ ਕਰਨ ਦਾ, ਮੇਰੇ ਬਰਾਬਰ ਬੋਲਣ ਦਾ, ਮੈਨੂੰ ਜਵਾਬ ਤਲਬੀ ਕਰਨ ਦਾ ਤੈਨੂੰ ਕੀ ਹੱਕ ਹੈ? ਤੂੰ ਕਹਿੰਦਾ ਕਿਸ ਹੈਸੀਅਤ ਦੇ ਵਿੱਚ ਮੇਰੇ ਨਾਲ ਗੱਲਬਾਤ ਕਰ ਰਿਹਾ ਹੈ? ਕਾਰਜ ਕਰਵੇ ਸ਼ਰਤ ਨਾ ਕੋਈ। ਕਹਿੰਦਾ ਆਪ ਤਾਂ ਐਸਾ ਕਾਰਜ ਕਰਨ ਦੀ ਤੇਰੇ ਵਿੱਚ ਕੋਈ ਸ਼ਕਤੀ ਨਹੀਂ। ਅਬਰ ਨਾ ਕਰਿਓ ਈਰਖਾ ਹੋਈ। ਨਾ ਕਹਿੰਦਾ ਕਿਸੇ ਨੇ ਹੋਰ ਨੇ ਕੀਤਾ। ਜੇ ਕਹਿੰਦਾ ਕਿਸੇ ਹੋਰ ਨੇ ਕੀਤਾ, ਭਾਵ ਮੈਂ ਕੀਤਾ, ਤਾਂ ਤੇਰੇ ਮਨ ਦੇ ਵਿੱਚ ਈਰਖਾ ਹੋ ਗਈ, ਸਾੜਾ ਹੋ ਗਿਆ। ਅਬ ਨਾ ਈਰਖਾ ਕਿਨੂ ਕਰੀ। ਕਹਿੰਦਾ ਉਸ ਵੇਲੇ ਨਾ ਕਿਸੇ ਨੇ ਈਰਖਾ ਕੀਤੀ ਕੋਈ। ਆਮਦਨੀ ਬਿਕ ਅਬ ਮਤ ਜਰੀ। ਕਹਿੰਦਾ ਜਦੋਂ ਮੈਨੂੰ ਇੱਥੇ ਹੁਣ ਆਮਦਨ ਹੋਣ ਲੱਗ ਪਈ, ਭੇਟਾਵਾਂ ਬਹੁਤ ਆਉਣ ਲੱਗ ਪਈਆਂ, ਤੇ ਉਸ ਵੇਲੇ ਕਹਿੰਦਾ ਹੁਣ ਆ ਤੇਰੀ ਮੱਤ ਜਿਹੜੀ ਹੈ, ਤੇਰੀ ਬੁੱਧੀ ਹੈ, ਇਹ ਜਲ ਵਲ ਗਈ, ਤੂੰ ਸੜ ਗਿਆ ਹੈ ਮੇਰੀ ਪੂਜਾ ਦੇਖ ਕੇ। ਮੁਝੇ ਆਗੇ ਅਬ ਦਿਓ ਨਾ ਦਿਖਾਈ। ਕਹਿਣ ਲੱਗਾ ਹੁਣੇ ਇੱਥੋਂ ਤੁਰ ਜਾ, ਮੇਰੇ ਸਾਹਮਣੇ ਮੁੜ ਕੇ ਦਿਖਾਈ ਨਾ ਦੇਈ। ਦੂਰ ਕਰੋ ਗਹਿ ਕੇ ਬੁਰਿਆਈ। ਉਸ ਵੇਲੇ ਸਾਧ ਸੰਗਤ ਜੀ ਆਪਣੇ ਸੇਵਾਦਾਰਾਂ ਨੂੰ ਕਹਿੰਦਾ ਵੀ ਇਹਨੂੰ ਫੜ ਕੇ ਨਾ ਇੱਥੋਂ ਜਲਦੀ ਦੇ ਨਾਲ ਮੈਥੋਂ ਦੂਰ ਕਰ ਦਿਓ। ਤੀਨ ਚਾਰ ਨਰ ਉੱਠ ਤਤਕਾਲਾ। ਉਸ ਵੇਲੇ 3-4 ਚੇਲੇ ਗੁਲਾਬ ਰਾਏ ਦੇ ਉੱਠੇ ਜਲਦੀ ਨਾਲ। ਅਮਰਤ ਘੇਲਤ ਲੈ ਬਹਿਲ ਨਿਕਾਲਾ। ਇਹਨੂੰ ਫੜ ਕੇ ਸਾਧ ਸੰਗਤ ਇਹਨਾਂ ਨੇ ਧੱਕੇ ਮਾਰੇ ਤੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਜਾਨ ਵਗਿਆ ਕੋ ਤਤ ਅਪਰਾਧੂ। ਜਦੋਂ ਸਾਧ ਸੰਗਤ ਸਾਧੂ ਨੇ ਇਹਨੇ ਜਾਣਿਆ ਵੀ ਇਹਨਾਂ ਨੇ ਮੇਰੀ ਬੜੀ ਅਵੱਗਿਆ ਕੀਤੀ ਹੈ, ਬੇਅਦਬੀ ਕੀਤੀ ਹੈ, ਬੜਾ ਭਾਰਾ ਅਪਰਾਧ ਕੀਤਾ ਹੈ। ਪੀਓ ਸ਼ਰਾਬ ਕੋ ਪਿਓ ਤਬ ਸਾਧੂ। ਉਸ ਵੇਲੇ ਗੁੱਸੇ ਵਿੱਚ ਆ ਕੇ ਸਾਧੂ ਗੁਰਬਖਸ਼ਦਾਸ ਨੇ ਇਹਨੂੰ ਸ਼ਰਾਪ ਦੇ ਦਿੱਤਾ। ਕੇਤ ਬਦਨ ਮੈਂ ਜੜ ਉਖਰੇ ਹੈ। ਕਹਿਣ ਲੱਗਾ ਗੁਲਾਬ ਰਾਏ, ਆ ਗੁਰੂ ਦੇ ਅਸਥਾਨ ਦੇ ਉੱਤੇ ਬਹਿਨਾ, ਗੁਰੂ ਕੇ ਅਸਥਾਨਾਂ ਦੀ ਨਰਾਦਰੀ ਕਰਦਾ, ਮੈਨੂੰ ਧੱਕੇ ਮਾਰੇ ਆ। ਮੈਂ ਤਾਂ ਪ੍ਰੇਮ ਨਾਲ ਹੀ ਬੇਨਤੀ ਕੀਤੀ ਸੀ, ਮੈਂ ਕਿਹੜਾ ਤੈਨੂੰ ਕੁਝ ਮਾੜਾ ਚੰਗਾ ਕਹਿ ਦਿੱਤਾ ਸੀ। ਫਿਰ ਵੀ ਤੂੰ ਆਪਣੇ ਆਦਮੀਆਂ ਤੋਂ ਮੈਨੂੰ ਧੱਕੇ ਮਰਵਾਏ, ਬੇਅਦਬੀ ਕੀਤੀ ਹੈ। ਮੈਂ ਵੀ ਗੁਰੂ ਕਾ ਲਾਇਆ ਹੋਇਆ ਸੇਵਾਦਾਰ ਹਾਂ ਇੱਥੇ, ਐਵੇਂ ਤਾਂ ਨਹੀਂ ਆ ਗਿਆ।
ਸਾਧ ਸੰਗਤ ਜੀ ਸਾਧੂ ਨੇ ਇਹ ਸਹਿਜ ਸੁਭਾਏ ਬਚਨ ਕਰ ਦਿੱਤੇ। ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ, ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹੰਦੇ। ਸਾਧੂ ਦੇ ਨਾਲ, ਰੱਬ ਦੇ ਪਿਆਰੇ ਨਾਲ ਜਿਹੜਾ ਕੋਈ ਸਾਧ ਸੰਗਤ ਆਕਾਰ ਨਹੀਂ ਆ ਕੇ ਖਹਿੰਦਾ ਨਾ, ਉਹ ਸੁੱਖ ਨਹੀਂ ਪਾਉਂਦਾ। ਇਹ ਸੰਤ ਨੇ ਬਚਨ ਕਰ ਦਿੱਤੇ, ਕਹਿੰਦਾ ਥੋੜੇ ਦਿਨਾਂ ਦੇ ਵਿੱਚ ਤੇਰੀਆਂ ਜੜਾਂ ਉਖੜ ਜਾਣਗੀਆਂ। ਆਪਣੇ ਪੁੱਤਰਾਂ ਦੇ ਸਮੇਤ ਕਹਿੰਦਾ ਤੂੰ ਜਲਦੀ ਮਰ ਜਾਏਗਾ, ਖਤਮ ਹੋਵੇਂਗਾ। ਇਉਂ ਬਚਨ ਕਰਕੇ ਆਪਣੇ ਡੇਰੇ ਜਿੱਥੇ ਸਤਿਗੁਰੂ ਨੇ ਦੀ ਡਿਊਟੀ ਲਾਈ ਸੀ ਚਲਿਆ ਗਿਆ। ਔਰ ਸਤਿਗੁਰੂ ਜੀ ਦੇ ਦੇਹਰੇ ਨੌਵੇਂ ਪਾਤਸ਼ਾਹ ਦੇ ਅਸਥਾਨ ਦੀ ਬਹੁਤ ਸੇਵਾ ਕਰਦਾ ਹੈ। ਔਰ ਮਨ ਦੇ ਵਿੱਚ ਸਾਧੂ ਤਪ ਬਹੁਤ ਗਿਆ, ਬੜਾ ਦੁਖੀ ਹੋਇਆ। ਕਹਿੰਦਾ ਬਿਨਾਂ ਗੱਲ ਤੋਂ ਹੀ ਬਾਦ ਵਿਵਾਦ ਝਗੜਾ ਕਰਕੇ ਮੇਰੇ ਨਾਲ ਮੇਰਾ ਬਹੁਤ ਭਾਰੀ ਅਨਾਦਰ ਕੀਤਾ, ਨਿਰਾਦਰ ਕੀਤਾ ਹੈ। ਮੈਂ ਤਾਂ ਸਿਰਫ ਇੰਨਾ ਹੀ ਕਿਹਾ ਸੀ ਨਾ ਵੀ ਗੁਰੂ ਸਾਹਿਬ ਦੇ ਅਸਥਾਨ ਦੀ ਅਵੱਗਿਆ ਨਾ ਕਰ, ਨਿਰਾਦਰ ਨਾ ਕਰ। ਪਰ ਉਹ ਹੰਕਾਰੀ ਮਨ ਦੇ ਵਿੱਚ ਇੰਨਾ ਹੋਇਆ ਸੀ ਗੁਲਾਬ ਰਾਏ, ਉਹਨੇ ਇਸ ਗੱਲ ਨੂੰ ਚੰਗਾ ਨਾ ਸਮਝਿਆ। ਇਹ ਗੱਲ ਨੂੰ ਸਾਧ ਸੰਗਤੀ ਜਦੋਂ ਕਈ ਦਿਨ ਬਤੀਤ ਹੋਏ, ਇਹਦਾ ਗੁਲਾਬ ਰਾਏ ਦਾ ਜਿਹੜਾ ਪੁੱਤਰ ਸੀ ਜੇਠਾ, ਜਿਹਨੂੰ ਇਹ ਬਹੁਤ ਪਿਆਰ ਕਰਦਾ ਸੀ, ਸਾਧ ਸੰਗਤ ਜੀ ਕਾਰਨ ਕੋਈ ਐਸਾ ਬਣਿਆ ਇਹਦਾ ਉਹ ਜੇਠਾ ਪੁੱਤਰ ਮਰ ਗਿਆ। ਇਹ ਤਾਂ ਅੱਗੇ ਆਸ ਲਾਈ ਬੈਠਾ ਸੀ ਗੁਲਾਬ ਰਾਏ ਕਿ ਮੈਂ ਹੁਣ ਗੁਰੂ ਕਹਾਉਣਾ ਅਗਾਂਹ ਮੈਂ ਆਪਣੇ ਜੇਠੇ ਪੁੱਤਰ ਨੂੰ ਗੱਦੀ ਤੇ ਬਿਠਾ ਦੂੰਗਾ, ਇਉਂ ਸਾਡਾ ਇਹ ਜਿਹੜਾ ਵਧੀਆ ਠੱਕ ਠਕਾ ਚੱਲੂਗਾ। ਉਹ ਜਿਹੜਾ ਇਹਦਾ ਜੇਠਾ ਪੁੱਤਰ ਸੀ ਦਲੇਲ ਸਿੰਘ ਉਹਦਾ ਨਾਂ ਸੀ, ਉਹ ਸਾਧ ਸੰਗਤ ਜੀ ਮਰ ਗਿਆ। ਇਹਨੇ ਉਹਦਾ ਅੰਤਮ ਸੰਸਕਾਰ ਕੀਤਾ ਤੇ ਬੜਾ ਇਹਦੇ ਮਨ ਨੂੰ ਦੁੱਖ ਲੱਗਿਆ। ਗਮ ਦੇ ਵਿੱਚ ਬਹੁਤ ਵਿਆਕੁਲ ਮਨ ਇਹਦਾ ਬੜਾ ਉਚਾਟ ਹੋ ਰਿਹਾ ਹੈ। ਕੁਝ ਵੀ ਖਾਣ ਪਾਣ ਨੂੰ ਇਹਦਾ ਸਾਧ ਸੰਗਤ ਚਿੱਤ ਨਹੀਂ ਮੰਨਦਾ। ਉਹ ਦਲੇਲ ਸਿੰਘ ਦੀ ਮਾਤਾ ਭਾਵ ਗੁਲਾਬ ਰਾਏ ਦੀ ਜਿਹੜੀ ਘਰ ਵਾਲੀ ਸੀ, ਉਹ ਸਾਧ ਸੰਗਤ ਬਹੁਤ ਬਰਲਾਪ ਕਰਦੀ, ਰੋਂਦੀ ਕਰਲਾਉਂਦੀ ਹੈ। ਔਰ ਆਪਣੇ ਨੇਤਰਾਂ ਦੇ ਵਿੱਚੋਂ ਬਹੁਤ ਸਾਧ ਸੰਗਤ ਅਥਰੂ ਵਹਾਉਂਦੀ ਹੈ, ਹੰਝੂ ਗੇਰਦੀ ਹੈ। ਤੀਜਾ ਦਿਨ ਹੋਇਆ ਸਾਧ ਸੰਗਤ ਜਿਹੜਾ ਇਹਦਾ ਪੁੱਤਰ ਚੜ੍ਹਾਈ ਕੀਤਾ ਸੀ, ਉਹ ਸਾਧ ਸੰਗਤ ਸ਼ਕਤੀ ਵਾਲਾ ਸੀ। ਕਿਸੇ ਮਨੁੱਖ ਨੂੰ ਇਹ ਆਨੰਦਪੁਰ ਸਾਹਿਬ ਦੇ ਬਾਹਰ-ਵਾਰ ਮਿਲ ਗਿਆ। ਇਹਨੇ ਸਾਧ ਸੰਗਤ ਇੱਕ ਸਾਹਾ ਮਾਰ ਕੇ, ਇੱਕ ਖਰਗੋਸ਼ ਮਾਰ ਕੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਸੀ। ਜਿਹੜਾ ਪੁੱਤਰ ਮਰਿਆ ਹੋਇਆ ਸੀ ਨਾ, ਉਹ ਬਾਹਰ ਮਿਲ ਗਿਆ ਕਿਸੇ ਨੂੰ ਆਪਣੀ ਸ਼ਕਤੀ ਦੇ ਨਾਲ। ਉਹ ਜਿਹੜਾ ਸਾਹਾ ਮਰਿਆ ਹੋਇਆ ਸੀ, ਉਹਨੇ ਉਸ ਸੇਵਾਦਾਰ ਨੂੰ ਜਿਹਨੂੰ ਮਿਲਿਆ ਉਹਦੇ ਹੱਥ ਫੜਾਇਆ ਤੇ ਆਪਣੇ ਪਿਤਾ ਗੁਲਾਬ ਰਾਏ ਨੂੰ ਦੇਣ ਵਾਸਤੇ ਇਹਨੇ ਇੱਕ ਸੁਨੇਹਾ ਆਖਿਆ। ਕਹਿਣ ਲੱਗਾ ਕਿ ਮੇਰਾ ਜਿਹੜਾ ਪਿਤਾ ਉਹ ਭੁੱਖਾ ਤੇ ਹਾਇਆ ਬੈਠਾ, ਕੁਝ ਖਾਂਦਾ ਪੀਂਦਾ ਨਹੀਂ, ਤੇ ਕਿਵੇਂ ਉਹਨੇ ਸੰਕਟ ਧਾਰ ਰੱਖਿਆ ਹੈ, ਕਿੰਨੇ ਦੁੱਖਾਂ ਵਿੱਚ ਹੈ। ਕਹਿੰਦਾ ਉਹਨੂੰ ਜਾ ਕੇ ਦੱਸ ਦਿਓ ਵੀ ਮੈਨੂੰ ਮਰਿਆ ਨਾ ਜਾਣੋ, ਮੈਂ ਤਾਂ ਜਿਉਂਦਾ ਹਾਂ, ਇਹ ਗੱਲ ਨਿਰਣਾ ਕਰੋ। ਜਿਹੜਾ ਮੇਰਾ ਬਾਪੂ ਗੁਲਾਬ ਰਾਏ ਆ, ਮੈਨੂੰ ਪਤਾ ਉਹਦੀ ਆਦਤ ਦਾ ਵੀ ਮਾਸ ਤੋਂ ਬਿਨਾਂ ਤਾਂ ਉਹ ਭੋਜਨ ਪ੍ਰਸ਼ਾਦਾ ਛਕਦਾ ਨਹੀਂ। ਕਹਿੰਦਾ ਇਸ ਕਰਕੇ ਆ ਜਿਹੜਾ ਸਾਹਾ ਖਰਗੋਸ਼ ਮੈਂ ਮਾਰਿਆ, ਮੈਂ ਆਪਣੇ ਪਿਤਾ ਵਾਸਤੇ ਮਾਰਿਆ, ਉਹਦੇ ਵਾਸਤੇ ਭੇਜ ਰਿਹਾ ਹਾਂ। ਜਾ ਕੇ ਕਹਿ ਦਿਓ ਕਿ ਮੈਨੂੰ ਮਰਿਆ ਜਾਣ ਕੇ ਕੋਈ ਸ਼ੋਕ ਨਾ ਕਰਨ, ਕੋਈ ਗਮ ਨਾ ਕਰਨ, ਬਲਕਿ ਚੰਗਾ ਖਾਣ ਪਾਣ ਕਰਕੇ ਆਨੰਦ ਲਓ। ਉਹ ਸਾਧ ਸੰਗਤ ਜੀ ਸੁਣ ਕੇ ਤੇ ਉਹ ਮਰਿਆ ਹੋਇਆ ਖਰਗੋਸ਼ ਲੈ ਕੇ ਬੰਦਾ ਆਇਆ ਤੇ ਉਹਦੇ ਗੁਲਾਬ ਰਾਏ ਦੇ ਪੁੱਤਰ ਦਾ ਆਖਿਆ ਹੋਇਆ
ਜਿਹੜਾ ਬਚਨ ਸੀ ਉਹ ਆ ਕੇ ਗੁਲਾਬ ਰਾਏ ਨੂੰ ਸੁਣਾ ਦਿੱਤਾ। ਸੁਨਤ ਗੁਲਾਬ ਰਾਏ ਸੋ ਹਰਖਿਓ। ਜਦੋਂ ਗੁਲਾਬ ਰਾਏ ਨੇ ਸੁਣਿਆ ਇਹ ਸਾਧ ਸੰਗਤ ਬੜਾ ਖੁਸ਼ ਹੋ ਗਿਆ ਵੀ ਮੇਰਾ ਪੁੱਤਰ ਮਰਿਆ ਨਹੀਂ ਹੈ। ਸ਼ਬਦ ਸਹਿਜ ਨਿਜ ਸੁਧ ਕੋ ਪਰਖਿਓ। ਇਹਨੇ ਪਰਖ ਲਿਆ, ਜਾਣ ਲਿਆ ਕਿ ਮੇਰਾ ਪੁੱਤਰ ਬੜਾ ਸ਼ਕਤੀ ਵਾਲਾ ਹੈ। ਏ ਕਰਮ ਨਾਸ ਬਨਾਏ ਦਿਦਾਇਓ। ਉਹ ਜਿਹੜਾ ਸਾਹਾ ਸੀ ਉਹਦਾ ਮਾਸ ਚੰਗੀ ਤਰ੍ਹਾਂ ਨੇ ਬਣਾ ਸਵਾਰ ਕੇ ਰੰਧਾ ਲਿਆ ਏ ਕਰ ਮੈਂ ਤੈਨੂੰ ਭਾਗ ਬਿਠਾਇਓ। ਤੇ ਨਾਲ ਹੀ ਸਾਧ ਸੰਗਤ ਆਪਣੇ ਘਰ ਦੇ ਵਿੱਚ ਆਪਣੀ ਘਰਵਾਲੀ ਕੋਲੇ ਉਹ ਬੰਦੇ ਨੂੰ ਸੁਨੇਹਾ ਦੇਣ ਵਾਸਤੇ ਭੇਜ ਦਿੱਤਾ। ਸੁਨ ਕਰ ਸੁਧ ਕੀ ਮਾਤ ਰਸਾਨੀ। ਜਦੋਂ ਸਾਧ ਸੰਗਤ ਉਹ ਦਲੇਲ ਸਿੰਘ ਦੀ ਮਾਤਾ ਗੁਲਾਬ ਰਾਏ ਦੀ ਘਰਵਾਲੀ ਨੇ ਸੁਣਿਆ ਉਹ ਬਹੁਤ ਗੁੱਸੇ ਹੋ ਗਈ। ਭਈ ਕੋਪ ਤੇ ਨਿਠੁਰ ਬਖਾਨੀ। ਉਸ ਵੇਲੇ ਬੜੇ ਗੁੱਸੇ ਹੋਈ ਤੇ ਗੁੱਸੇ ਵਿੱਚ ਆ ਕੇ ਆਪਣੇ ਪਤੀ ਨੂੰ ਕਹਿੰਦੀ ਇਹ ਬੜਾ ਨਠੱਲਾ ਹੈ, ਬੜਾ ਨਿੱਠਰ, ਬੜਾ ਢੀਠ ਹੈ। ਆਮਿਕ ਖਾਨ ਬਿਨਾ ਅਗਲਾਵੇ। ਕਹਿੰਦੀ ਇਹ ਮਾਸ ਖਾਣ ਬਿਨਾ ਅੱਕਿਆ ਪਿਆ ਸੀ, ਮਾਸ ਖਾਦੇ ਬਿਨਾ ਇਹ ਤੋਂ ਰਹਿ ਨਹੀਂ ਹੋਇਆ। ਅਨਕ ਫਰੇਬਨ ਬਾਤ ਬਣਾਵੇ। ਇਹ ਦੇਖੋ ਕਿੰਨਾ ਝੂਠ ਬੋਲਿਆ, ਕਿੰਨਾ ਫਰੇਬ ਛਲ ਕਰਕੇ ਮੈਨੂੰ ਆਹ ਗੱਲ ਬਣਾ ਕੇ ਕਹਿ ਦਿੱਤੀ। ਪੁੱਤਰ ਨਹੀਂ ਪਿਆਰੋ ਜੇ ਹਿਰਦੈ। ਕਹਿੰਦੀ ਇਹਦੇ ਮਨ ਦੇ ਵਿੱਚ ਪੁੱਤਰ ਦਾ ਕੋਈ ਪਿਆਰ ਨਹੀਂ ਵੀ ਮੇਰਾ ਪੁੱਤਰ ਚੜ੍ਹਾਈ ਕੀਤਾ। ਆਮਿਕ ਅਚਮਨ ਪ੍ਰੇ ਜਦ ਕਦੇ। ਇਹ ਤਾਂ ਹਮੇਸ਼ਾ ਮਾਸ ਖਾਣ ਦਾ ਹੀ ਪ੍ਰੇਮੀ ਰਿਹਾ ਜਦੋਂ ਕਦੋਂ ਵੀ। ਕਾਂ ਜੋਗ ਉਪਜੈ ਬਿਰਲਾਪੈ। ਕਿਹੜਾ ਕਹਿੰਦੀ ਇਹਨੂੰ ਕੋਈ ਮਨ ਦੇ ਵਿੱਚ ਗਮ ਹੈ, ਕਿੱਥੇ ਇਹਨੇ ਕੋਈ ਵਰਲਾਪ ਕਰਨਾ ਹੈ। ਸ਼ੁੱਧ ਕਹਾ ਜਨ ਸੁਧ ਪ੍ਰੇ ਤਾਪੈ। ਕਹਿੰਦੀ ਉਹ ਮਾਂ ਪਿਓ ਨੂੰ ਭੁੱਖ ਕਿੱਥੇ ਲੱਗਦੀ ਹੈ ਜਿਨ੍ਹਾਂ ਦਾ ਪੁੱਤਰ ਚੜ੍ਹਾਈ ਕੀਤਾ ਹੋਵੇ। ਉਹ ਤਾਂ ਬਿਰਹਾ ਦੇ ਵਿੱਚ, ਵਿਯੋਗ ਦੇ ਵਿੱਚ ਤਪਦੇ ਹਨ। ਸ਼ੁਭ ਗੁਣ ਸਹਿਤ ਪੁੱਤਰ ਅਸਮਰੇ। ਇੰਨਾ ਸ਼ੁਭ ਗੁਣਾਂ ਵਾਲਾ ਮੇਰਾ ਪੁੱਤਰ ਸੀ ਜਿਹੜਾ ਮਰ ਗਿਆ। ਪਿਤਾ ਨਿਠੁਰ ਸਵਾਦਨ ਹਿਤ ਧਰੈ। ਪਰ ਇਹ ਕਿੰਨਾ ਕਠੋਰ ਹੈ ਇਹਦਾ ਮਨ, ਕਿੰਨਾ ਨਠੱਲਾ ਇਹ ਆਪਣੇ ਸਵਾਦਾਂ ਵਾਸਤੇ ਮਾਸ ਧਰ ਧਰ ਕੇ ਖਾਂਦਾ ਹੈ ਖਾਏ ਅਗਾਹੈ ਆਮਕ ਸੋਈ। ਤੇ ਖਾ ਖਾ ਕੇ ਮਾਸ ਰਜਦਾ ਹੈ। ਆਮਕ ਸ਼ੋਕ ਦੁਖ ਹੋਈ। ਇੱਧਰ ਮੈਂ ਤਾਂ ਮਾਂ ਨਾ, ਮੈਨੂੰ ਤਾਂ ਦੁੱਖ ਹੈ, ਮੈਂ ਤਾਂ ਉਹਦੇ ਦੁੱਖ ਦੇ ਵਿੱਚ ਬੜੀ ਦੁਖੀ ਹੋਈ ਆ, ਪੁੱਤਰ ਦੇ ਵਿਛੋੜੇ ਵਿੱਚ। ਯਾਦ ਕਬਉ ਕਹਿਓ ਕਠੋਰ। ਕਿਉਂ ਬੜੇ ਕਠੋਰ ਬਚਨ, ਖਰੀਆਂ ਖਰੀਆਂ ਗੱਲਾਂ ਇਹਨੇ ਆਖੀਆਂ। ਕਹਿਓ ਗੁਲਾਬ ਰਾਏ ਕੀ ਓਰ। ਉਹ ਸੁਣ ਕੇ ਬੰਦਾ ਗੁਲਾਬ ਰਾਏ ਦੇ ਕੋਲ ਪਹੁੰਚਿਆ। ਘਰ ਕੀ ਕਹਿਵਤ ਸਗਲ ਸੁਨਾਈ। ਘਰ ਵਾਲੀ ਨੇ ਜੋ ਕੁਝ ਆਖਿਆ ਸੀ ਸਭ ਸੁਣਾ ਦਿੱਤਾ। ਔਰ ਮੈਂ ਖਰ ਜਿਮ ਅਨੀਤ ਸਾਈ। ਸਾਧ ਸੰਗਤ ਘਰ ਵਾਲੀ ਦੇ ਬਚਨ ਜਦੋਂ ਦੱਸੇ ਨਾ ਇਹਨੂੰ ਗੁਲਾਬ ਰਾਏ ਨੂੰ, ਸੇਵਾਦਾਰ ਨੇ ਜਿਹੜਾ ਸੁਨੇਹਾ ਲੈ ਕੇ ਗਿਆ ਸੀ, ਘਰ ਵਾਲੀ ਦੇ ਬਚਨ ਸੁਣ ਕੇ ਸਾਧ ਸੰਗਤ ਇਹਨੂੰ ਇਉਂ ਲੱਗਿਆ ਜਿਵੇਂ ਕਿਸੇ ਨੇ ਇਹਦੇ ਦਿਲ ਦੇ ਵਿੱਚ ਤਿੱਖਾ ਤੀਰ ਚੋਭ ਦਿੱਤਾ ਹੋਵੇ। ਬਾਗਬਾਨ ਤੇ ਬੀਜਨ ਹੋਆ। ਘਰ ਵਾਲੀ ਦੇ ਤਿੱਖੇ ਬਚਨਾਂ ਦੇ ਨਾਲ ਇਹਦਾ ਮਨ ਬਿੰਨਿਆ ਗਿਆ। ਬਹੁ ਵਿਆਕੁਲਤਾ ਹਿਰਦਾ ਪਰੋਵਾ। ਬਹੁਤ ਵਿਆਕੁਲਤਾ ਦੁੱਖ ਦੇ ਨਾਲ ਇਹਦਾ ਹਿਰਦਾ ਪਰੋਇਆ ਗਿਆ। ਖਾਏ ਨਾ ਜਾਏ ਹਟਿਓ ਨਾ ਜਾਈ। ਮਾਸ ਖਾ ਰਿਹਾ ਸੀ ਉਸ ਵੇਲੇ, ਨਾ ਤਾਂ ਇਹ ਤੋਂ ਖਾਧਾ ਜਾਂਦਾ ਤੇ ਨਾ ਛੱਡ ਸਕਦਾ ਹੈ। ਇਤ ਚਿੰਤਾ ਅਤਸ਼ੈ ਅਕੁਲਾਈ। ਬਹੁਤ ਭਾਰੀ ਚਿੰਤਾ ਦੇ ਨਾਲ ਇਹਦਾ ਮਨ ਬੜਾ ਅੱਕ ਗਿਆ, ਬੜਾ ਦੁਖੀ ਹੋਇਆ। ਬਹੁਤ ਦੁਖ ਪਾਏ ਕ੍ਰੋਧ ਵਧ ਗਇਓ। ਬਹੁਤ ਦੁਖੀ ਹੋਇਆ। ਇਹ ਬਚਨ ਸੁਣ ਕੇ ਮਨ ਵਿੱਚ ਇਹਦੇ ਕ੍ਰੋਧ ਵੱਧ ਗਿਆ ਬਹੁਤਾ। ਸਾਬਤ ਸਹਿਤ ਸੋ ਦੁਰਬਚ ਕਹਿਓ। ਉਸ ਵੇਲੇ ਸਾਧ ਸੰਗਤ ਇਹਨੇ ਭੈੜੇ ਬਚਨ ਆਖੇ ਸਰਾਪ ਵਾਲੇ। ਅਪਰ ਪੁੱਤਰ ਅਰ ਮੋਹਿ ਸਮੇਤ। ਕਹਿਣ ਲੱਗਾ ਜਾ ਕੇ ਕਹਿ ਦਿਓ ਮੇਰੇ ਘਰ ਵਾਲੀ ਨੂੰ ਕਿ ਉਹਦੇ ਜਿਹੜੇ ਬਾਕੀ ਦੇ ਤਿੰਨੇ ਪੁੱਤ ਹੈ ਤੇ ਮੇਰੇ ਸਮੇਤ। ਨੈ ਕਿਸੂ ਕੋ ਬਖੈਨ ਕੇਤਾ। ਕਹਿੰਦਾ ਕਿਸੇ ਨੂੰ ਵੀ ਘਰ ਵਿੱਚ ਨਹੀਂ ਦੇਖੇਗੀ, ਭਾਵ ਅਸੀਂ ਚਾਰੇ ਮਰ ਜਾਵਾਂਗੇ। ਆਪਣੇ ਆਪ ਨੂੰ ਸਰਾਪ ਲੈ ਲਿਆ। ਕਰਤ ਸ਼ੋਭੀ ਬੈਠੇ ਰਹੀਐ। ਇਉਂ ਸਾਧ ਸੰਗਤ ਆਖਿਆ, ਕਹਿੰਦਾ ਫਿਰ ਆਪਣੇ ਘਰ ਦੇ ਵਿੱਚ ਸੋਗ ਕਰਦੀ ਬੈਠੀ ਰਹੀ। ਖਾਨ ਪਾਨ ਨਿਤ ਦੁਖ ਤੇ ਲਹੀਐ। ਔਰ ਨਿੱਤਾ ਪ੍ਰਤੀ ਜਿਹੜਾ ਖਾਣ ਪਾਨ ਵੀ ਕਰੇਗੀ, ਰੋਜ਼ ਦੁਖੀ ਹੋਵੇਂਗੀ। ਇਮ ਕਹਿ ਕੇ ਤਕ ਦਿਵਸ ਬਤਾਈ। ਇਉਂ ਕਹਿ ਦਿੱਤਾ ਬਚਨ ਸਰਾਪ ਦਾ। ਕਿੰਨੇ ਦਿਨ ਬਤੀਤ ਹੋਏ। ਅੰਤ ਸਮਾ ਤਬ ਲਉ ਨੇ ਆਈ। ਜਦੋਂ ਸਾਧ ਸੰਗਤ ਜੀ ਅੰਤਮ ਸਮਾਂ ਨੇੜੇ ਆਇਆ, ਸੁਧ ਕੇ ਸਹਿਤ ਭਇਓ ਪਰਲੋਕ। ਇਹ ਸਾਧ ਸੰਗਤ ਜੀ ਆਪਣੇ ਬਾਕੀ ਦੇ ਤਿੰਨੇ ਪੁੱਤਰਾਂ ਜੋਧ ਸਿੰਘ, ਫਤਿਹ ਸਿੰਘ ਤੇ ਮੌਜ ਸਿੰਘ, ਇਹਨਾਂ ਦੇ ਸਮੇਤ ਆਪ ਵੀ ਗੁਲਾਬ ਰਾਏ ਚੜ੍ਹਾਈ ਕਰ ਗਿਆ। ਪੀਛੇ ਵਧਿਓ ਅਦਪੀ
ਸ਼ੋਕ ਪਿੱਛੇ ਇਹਦੇ ਘਰ ਦੇ ਵਿੱਚ ਹੁਣ ਜਦੋਂ ਘਰ 'ਚੋਂ ਇੰਨੇ ਪ੍ਰਾਣੀ ਚੜ੍ਹਾਈ ਕਰ ਜਾਣ ਮਰ ਜਾਣ ਤੇ ਸੋਗ ਤਾਂ ਪੈਣਾ ਹੀ ਸੀ। ਘਰ ਵਿੱਚ ਸੋਗ ਪੈ ਗਿਆ। ਸਭ ਅੰਤ ਭਇਓ ਇਹ ਭਾਂਤੀ ਇਸ ਪ੍ਰਕਾਰ ਇਹਦੀ ਕੁਲ ਦਾ ਸਾਰੀ ਦਾ ਇਸ ਪ੍ਰਕਾਰ ਨਾਸ਼ ਹੋ ਗਿਆ। ਇਸ ਕੋ ਰਹਿਓ ਨਾ ਕੋ ਪਛਤਾਤੀ ਇਹਦਾ ਪਿੱਛੇ ਵਾਲੀ ਵਾਰਸ ਕੋਈ ਨਾ ਰਿਹਾ। ਬਾਰ ਗੁਲਾਬ ਰਾਏ ਕੀ ਦਾਰਾ ਉਸ ਤੋਂ ਬਾਅਦ ਜਿਹੜੀ ਗੁਲਾਬ ਰਾਏ ਦੀ ਘਰ ਵਾਲੀ ਸੀ, ਬੈਠਣ ਕੀ ਹੋਏ ਸਦਕਾਰਾ ਫਿਰ ਇਹਦੇ ਮਨ ਵਿੱਚ ਇੱਛਾ ਹੋ ਗਈ ਵੀ ਗੁਲਾਬ ਰਾਏ ਦੀ ਜਗ੍ਹਾ ਦੇ ਉੱਤੇ ਹੁਣ ਮੈਂ ਗੁਰੂ ਦੀ ਗੱਦੀ ਦੇ ਉੱਤੇ ਬੈਠ ਜਾਵਾਂ। ਜੋ ਨਰ ਪੁੰਜੋ ਪਾਇ ਮਿਲਿਆਵੈ ਜਿਹੜੇ ਕੋਈ ਸੰਗਤਾਂ ਭੇਟਾਵਾਂ ਲੈ ਕੇ ਆਉਂਦੇ ਹਨ, ਮਤ ਕਟੇ ਕੈ ਤੇ ਅਰ ਪਾਵੈ ਉਹ ਸਾਧ ਸੰਗਤ ਹੁਣ ਇਹਨੂੰ ਮੱਥਾ ਟੇਕਣ ਲੱਗ ਪਏ ਵੀ ਇਹ ਗੱਦੀ ਤੇ ਬਹਿ ਗਈ, ਇਹਨੂੰ ਮੱਥਾ ਟੇਕਦੇ ਆ, ਭੇਟਾਵਾਂ ਦਿੰਦੇ ਹਨ। ਜਬੈ ਬਿਰਦਾ ਬੈ ਬਹੁ ਤਨ ਹੋਈ ਜਦੋਂ ਸਾਧ ਸੰਗਤ ਜੀ ਇਹ ਬਿਰਧ ਹੋ ਗਈ, ਇਹਦੇ ਸਰੀਰਕ ਅਵਸਥਾ ਤੇ ਬੁਢਾਪਾ ਆ ਗਿਆ, ਚਿਤੈ ਥਰੈ ਪਾਛੇ ਅਬ ਕੋਈ ਫਿਰ ਮਨ ਵਿੱਚ ਇਹਨੇ ਸੋਚਿਆ ਵੀ ਹੁਣ ਇਸ ਜਗ੍ਹਾ ਦੇ ਉੱਤੇ ਮੈਨੂੰ ਅੱਗੇ ਕਿਸੇ ਨੂੰ ਹੋਰ ਬਿਠਾਉਣਾ ਚਾਹੀਦਾ ਹੈ। ਸ਼ਾਮ ਸਿੰਘ ਕੁਲ ਬਿਦਕ ਹੀਰਾ ਸ਼ਾਮ ਸਿੰਘ ਜਿਹੜਾ ਇਹਦਾ ਦਿਓਰ ਸੀ, ਉਹਦਾ ਸਾਧ ਸੰਗਤ ਜੀ ਅੱਗੇ ਜਿਹੜਾ ਉਹਦੀ ਕੁਲ ਦੇ ਵਿੱਚ ਉਹਦੇ ਪੁੱਤਰ ਸਨ, ਸੁਰਜਣ ਸਿੰਘ ਨਾਮ ਜਸ ਫੇਰਾ ਜਿਸ ਦਾ ਨਾਮ ਸੁਰਜਨ ਸਿੰਘ ਸੋਢੀ ਸੀ। ਜੇ ਜੋ ਸੰਗ ਸੋ ਪਾਵਨ ਕੀਨਾ ਇਹਨੇ ਸਾਧ ਸੰਗਤ ਉਹਨੂੰ ਗੋਦ ਲੈ ਲਿਆ। ਆਪ ਪਰਲੋਕ ਪਿਆਨ ਕੀਨਾ ਉਹਨੂੰ ਸਾਧ ਸੰਗਤ ਜੀ ਆਪਣੀ ਜਗ੍ਹਾ ਗੱਦੀ ਤੇ ਬਿਠਾ ਦਿੱਤਾ ਤੇ ਆਪ ਇਹ ਪਰਲੋਕ ਪਿਆਨਾ ਕਰ ਗਈ, ਚੜ੍ਹਾਈ ਕਰ ਗਈ। ਸੁਰਜਣ ਸਿੰਘ ਥਿਓ ਤਿਸ ਪਾਛੀ ਉਸ ਤੋਂ ਬਾਅਦ ਸੁਰਜਨ ਸਿੰਘ ਸੋਢੀ ਜਿਹੜਾ ਉਹ ਗੱਦੀ ਲਾ ਕੇ ਬੈਠਣ ਲੱਗ ਪਿਆ। ਪਰ ਸਾਧ ਸੰਗਤ ਜੀ ਗੁਲਾਬ ਰਾਏ ਜਿਹੜਾ ਗੁਰੂ ਸਾਹਿਬ ਵਾਲੇ ਸਥਾਨ ਤੇ ਬਹਿੰਦਾ ਸੀ, ਇਹਦੀ ਘਰ ਵਾਲੀ ਗੁਰੂ ਸਾਹਿਬ ਵਾਲੇ ਸਥਾਨ ਤੇ ਨਹੀਂ ਸੀ ਬਹਿੰਦੀ, ਪੂਜਾ ਜ਼ਰੂਰ ਕਰਾਉਂਦੀ ਸੀ। ਉਸ ਤੋਂ ਬਾਅਦ ਕੋਈ ਵੀ ਗੁਰੂ ਸਾਹਿਬ ਦੇ ਤਖਤ ਤੇ ਨਹੀਂ ਬੈਠਾ। ਇਹ ਪੂਜਾ ਤਾਂ ਸੋਢੀ ਕਰਾਉਂਦੇ ਰਹੇ ਆਪਣੀ, ਪਰ ਗੁਰੂ ਸਾਹਿਬ ਦੇ ਅਸਥਾਨ ਤੇ ਨਹੀਂ ਸੀ ਬਹਿੰਦੇ। ਸੁਰਜਨ ਸਿੰਘ ਵੀ ਵੱਖਰੀ ਜਗ੍ਹਾ ਤੇ ਬੈਠਦਾ ਸੀ। ਸਾਧ ਸਿੰਘਨ ਮੈਂ ਜਦ ਤਿਉ ਆਚੀ ਔਰ ਸਾਰੇ ਸਿੰਘਾਂ ਦੇ ਵਿੱਚ ਚੰਗੀ ਤਰ੍ਹਾਂ ਪ੍ਰਗਟ ਹੋ ਗਿਆ। ਤਿਸ ਕੇ ਤੀਨ ਪੁੱਤਰ ਜਗ ਭਏ ਇਹਦੇ ਸਾਧ ਸੰਗਤ ਅੱਗੇ 3 ਪੁੱਤਰ ਸੰਸਾਰ ਵਿੱਚ ਹੋਏ। ਅੰਤ ਸਮਾਂ ਜਗ ਹੂਨੇ ਰਹੇ ਜਦੋਂ ਸਾਧ ਸੰਗਤ ਇਹਦਾ ਅੰਤਮ ਸਮਾਂ ਨੇੜੇ ਆਇਆ, ਜਿਸ ਸੋਤਤ ਲੋਕ ਸਿੰਘ ਥਿਓ ਇਹਨੇ ਆਪਣਾ ਜੇਠਾ ਪੁੱਤਰ ਤਰਲੋਕ ਸਿੰਘ ਉਹ ਆਪਣੀ ਜਗ੍ਹਾ ਗੱਦੀ ਤੇ ਬਿਠਾ ਦਿੱਤਾ। ਤਕ ਬਰਖਨ ਪੂਜਨ ਕਰਿਓ ਇਹਨੇ ਵੀ ਸਾਧ ਸੰਗਤ ਬਹੁਤ ਲੰਮਾ ਸਮਾਂ ਆਪਣੀ ਪੂਜਾ ਕਰਵਾਈ। ਜਗ ਪਰਲੋਕ ਤਨ ਕੋ ਹੋਏ ਗਇਓ ਜਦੋਂ ਸਾਧ ਸੰਗਤ ਇਹ ਤਰਲੋਕ ਸਿੰਘ ਵੀ ਪਰਲੋਕ ਨੂੰ ਚਲਿਆ ਗਿਆ, ਗਾਦੀ ਪਾਲ ਦਿਦਾਰ ਸਿੰਘ ਥਿਓ ਉਸ ਤੋਂ ਬਾਅਦ ਇਹਨਾਂ ਦੇ ਕੁਲ ਦੇ ਵਿੱਚੋਂ ਅੱਗੇ ਦੀਦਾਰ ਸਿੰਘ ਗੱਦੀ ਤੇ ਬੈਠਿਆ। ਸੁਰਜਣ ਸਿੰਘ ਕੇ ਰਸਦ ਦੂਜਾ ਇਹ ਸੁਰਜਨ ਸਿੰਘ ਦਾ ਦੂਜਾ ਪੁੱਤਰ ਸੀ। ਬਹੁਤ ਵਰਗ ਸੰਗਤ ਨੇ ਪੂਜਾ ਇਹਦੀ ਵੀ ਸੰਗਤ ਨੇ ਬਹੁਤ ਸਾਲ ਪੂਜਾ ਕੀਤੀ। ਤਿਨ ਗੋਪੀ ਪਰਲੋਕ ਜਬ ਭਇਓ ਜਦੋਂ ਇਹ ਸਾਧ ਸੰਗਤ ਜਿਹੜਾ ਦੀਦਾਰ ਸਿੰਘ ਸੀ ਇਹ ਵੀ ਪਰਲੋਕ ਚਲਿਆ ਗਿਆ। ਪ੍ਰਤੀ ਦੀਵਾਨ ਸਿੰਘ ਪਦ ਲਿਓ ਤੀਜਾ ਫਿਰ ਸਾਧ ਸੰਗਤ ਜਿਹੜਾ ਦਾ ਪੁੱਤਰ ਸੀ ਦੀਵਾਨ ਸਿੰਘ, ਉਹ ਜਿਹੜਾ ਇਹ ਪਦਵੀ ਉਹਨੇ ਲੈ ਲਈ, ਉਹ ਗੱਦੀ ਤੇ ਬਹਿ ਗਿਆ। ਅਬ ਬਾਟ ਬੈਠਤੇ ਗਾਦੀ ਉਪਰ ਹੁਣ ਉਹ ਗੱਦੀ ਦੇ ਉੱਤੇ ਬਹਿੰਦਾ ਹੈ। ਬਿਦਤ ਹੈ ਜਾਣੇ ਬਹੁ ਭੂਪਰ ਉਹ ਵੀ ਬੜਾ ਉੱਘਾ ਹੋਇਆ, ਪ੍ਰਸਿੱਧ ਹੋਇਆ ਧਰਤੀ ਤੇ। ਸੋਢੀ ਆਨੰਦਪੁਰ ਮੈਂ ਜੇ ਜਿਹੜੇ ਆਨੰਦਪੁਰ ਸਾਹਿਬ ਦੇ ਵਿੱਚ ਇਹ ਗੁਰੂ ਕੁਲ ਦੇ ਵਿੱਚੋਂ ਸੋਢੀ ਵਸਦੇ ਸਨ। ਸ਼ਿਆਮ ਸਿੰਘ ਕੋ ਕੁਲ ਸਭ ਤੇ ਹੁਣ ਵੀ ਜਿਹੜੇ ਸੋਢੀ ਵਸਦੇ ਆ ਆਨੰਦਪੁਰ ਸਾਹਿਬ, ਉਹ ਸ਼ਾਮ ਸਿੰਘ ਦੀ ਕੁਲ ਹੈ, ਕਿਉਂਕਿ ਗੁਲਾਬ ਰਾਏ ਦੀ ਕੁਲ ਤਾਂ ਖਤਮ ਹੋ ਗਈ ਸੀ। ਸ਼ਾਮ ਸਿੰਘ ਦੀ ਕੁਲ ਦੇ ਸੋਢੀ ਹੁਣ ਵੀ ਆਨੰਦਪੁਰ ਵਸਦੇ ਹਨ। ਗਾਦੀ ਤੇਰੇ ਭਰੇ ਮੈਂ ਸੋਈ ਔਰ ਜਿਹੜੇ ਗੱਦੀ ਦੇ ਉੱਤੇ ਗੱਦੀਆਂ ਲਾ ਲਾ ਕੇ ਬੈਠੇ, ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਹਨਾਂ ਦਾ ਵਰਣਨ ਇੱਥੇ ਕੀਤਾ ਹੈ। ਅਮਰ ਸਿੰਘ ਜਾਣੇ ਸਭ ਕੋਈ ਬਾਕੀ ਜਿਹੜੇ ਹੋਰ ਸਿੰਘ ਆ ਉਹ ਸਾਰੇ ਹੀ ਤਾਂ ਕਿ ਜਾਣ ਵੀ ਕੌਣ ਗੱਦੀ ਲਾ ਕੇ ਬੈਠਾ, ਤੇ ਬਾਕੀ ਇਹਨਾਂ ਦੀ ਕੁਲ ਦੇ ਸਿੰਘਾਂ ਨੂੰ ਜਿਹੜੇ ਸਾਰੇ ਕਹਿੰਦੇ ਸੰਗਤ ਹੁਣ ਜਾਣ ਪਛਾਣ ਸੰਗਤ ਉਹਨਾਂ ਨੂੰ ਜਾਣਦੀ ਹੈ। ਸੋ ਇਸ ਪ੍ਰਕਾਰ ਇਹ ਜਿਹੜਾ ਸਾਧ ਸੰਗਤ ਗੁਲਾਬ ਰਾਏ ਗੁਰੂ ਸਾਹਿਬ ਦੀ ਗੱਦੀ ਦੇ ਉੱਤੇ ਸਤਿਗੁਰੂ ਦੇ ਸਹਿਜ ਸੁਭਾਏ ਕੀਤੇ ਹੋਏ ਵਚਨਾਂ ਮੁਤਾਬਕ ਬੈਠਾ ਸੀ। ਬਚਪਨ ਵਿੱਚ ਸਤਿਗੁਰੂ ਨੇ ਆਖਿਆ ਸੀ ਚੱਲ ਜੇ ਪੱਗ ਬੰਨ੍ਹ ਲਈ ਹੈ ਤਾਂ ਇੱਕ ਵਾਰੀ ਬੰਨੇਗਾ ਜ਼ਰੂਰ ਤੂੰ ਸਾਡੀ ਪੱਗ, ਗੁਰੂ ਬਣਨ ਦਾ ਚਾਅ ਤੇਰਾ ਪੂਰਾ ਹੋਊਗਾ। ਉਹ ਸਤਿਗੁਰੂ ਦੇ ਵਚਨਾਂ ਮੁਤਾਬਕ ਇਹ ਸੋਢੀ ਪਹਿਲਾਂ ਗੱਦੀਆਂ ਲਾ ਕੇ ਬਹਿੰਦੇ ਰਹੇ। ਬਾਅਦ ਵਿੱਚ ਤਾਂ ਚਲੋ ਪੰਥ ਦੇ ਹੱਥ ਦੇ ਵਿੱਚ ਸਾਰਾ ਪ੍ਰਬੰਧ ਆਇਆ।
ਸੋ ਅੱਜ ਕੱਲ੍ਹ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਗੁਰਮਤਿ ਮਰਿਆਦਾ ਅਨੁਸਾਰ ਹੀ ਸਭ ਕੁਝ ਹੁੰਦਾ, ਕੋਈ ਗੱਦੀ ਲਾ ਕੇ ਨਹੀਂ ਬਹਿੰਦਾ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਪ੍ਰਸੰਗ ਦੀ ਇੱਥੇ ਸਮਾਪਤੀ ਹੈ। ਅਤੇ ਨਾਲ ਹੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਜਿੰਨੇ ਇਤਿਹਾਸਕ ਪ੍ਰਸੰਗ ਹੈ 14 ਜਿਲਦਾਂ, ਉਹਨਾਂ ਦੀ ਵੀ ਅੱਜ ਇੱਥੇ ਸਮਾਪਤੀ ਹੋ ਚੁੱਕੀ ਹੈ। ਇਸ ਤੋਂ ਅੱਗੇ ਜਿਹੜਾ ਇੱਕ ਪ੍ਰਸੰਗ ਬਾਕੀ ਰਹਿ ਗਿਆ, ਉਹਦੇ ਵਿੱਚ ਕਵੀਆਂ ਦੀ ਮਰਿਆਦਾ ਦੇ ਮੁਤਾਬਕ ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਨੇ ਕੁਝ ਕੁ ਮੰਗਲ ਲਿਖੇ ਹੈ। ਸੋ ਉਹ ਮੰਗਲਾਂ ਦੀ ਜਿਹੜੀ ਕਥਾ ਉਹ ਆਪਾਂ ਅੱਗੇ ਸਰਵਣ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਣੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ ਕੇ ਇਸੇ ਤਰ੍ਹਾਂ ਗੁਰਮਤਿ ਪ੍ਰਚਾਰ ਦੀ ਸੇਵਾ ਹਮੇਸ਼ਾ ਅੰਗ ਸੰਗ ਵਰਤ ਕੇ ਲੈਂਦੇ ਰਹਿਣ। ਆਓ ਆਪਾਂ ਹੁਣ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਣਾ। ਫਿਰ ਆਪਾਂ ਅਰਦਾਸ ਦੇ ਵਿੱਚ ਹਾਜ਼ਰੀ ਲਵਾਉਣੀ ਹੈ। ਕੱਲ੍ਹ ਦੇ ਦੀਵਾਨ ਦੇ ਵਿੱਚ ਭਾਈ ਕਿਰਪਾਲ ਸਿੰਘ ਜੀ ਕਥਾ ਦੀ ਸੇਵਾ ਨਿਭਾਉਣਗੇ। ਦਾਸ ਨੇ ਕਿਸੇ ਜ਼ਰੂਰੀ ਰੁਝੇਵੇਂ ਕਰਕੇ ਕੱਲ੍ਹ ਛੁੱਟੀ ਕਰਨੀ ਹੈ। ਸੋ ਆਪ ਜੀ ਉਹਨਾਂ ਪਾਸੋਂ ਲਾਹਾ ਪ੍ਰਾਪਤ ਕਰਿਓ ਜੀ। ਗਾਤੀ ਤੇਰੇ ਭਨੇ ਮੈਂ ਸੋਈ, ਅਪਰ ਸਿੰਘ ਜਾਣੈ ਸਭ ਕੋਈ।